ਸਾਚੇ ਤੇਰੇ ਨਾਮ ਵਿਟੋ। ਕਰਨ ਕਾਰਨ ਸਭਨਾ ਕਾ ਏਕੋ, ਔਰ ਨਾ ਦੂਜਾ ਕੋਈ। ਬਹੁਤੇ ਫਿਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਓਹ ਦਇਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਤਉ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮੰਗਤ ਭਿਖਿਆ ਪਾਏ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਤੀ ਅੰਦਰ ਜਲ ਵਸੈ, ਜਲ ਬਹੁ ਰੰਗੀ ਰਸੀ ਮਿਲੰਦਾ। ਜਿਉਂ ਜਿਉਂ ਕੋਈ ਚਲਾਏਂਦਾ, ਨੀਵਾਂ ਹੋਏ ਨਿਵਾਨ ਚਲੰਦਾ। ਧੁੱਪੈ ਤੱਤਾ ਹੋਏ ਕੈ, ਛਾਵੇਂ ਠੰਡਾ ਹੋਏ ਰਹੰਦਾ। ਨਾਵਣ ਦੀ ਵੰਦਿਆਂ ਮੁਇਆਂ, ਪੀਤੈ ਸ਼ਾਂਤ ਸੰਤੋਖ ਹੋਵੰਦਾ। ਨਿਰਮਲ ਕਰਦਾ ਮੈਲਿਆਂ, ਨੀਵੇਂ ਸਰਵਰ ਜਾਏ ਟਿਕੰਦਾ। ਗੁਰਮੁਖ ਸੁਖ ਫਲ ਭਾਉ ਭਉ, ਸਹਿਜ ਬੈਰਾਗ ਸਦਾ ਬਿਖਸੰਦਾ। ਪੂਰਨ ਪਰ ਉਪਕਾਰ ਕਰੰਦਾ। ਜਲ ਵਿੱਚ ਕਵਲ ਅਲਿਪਤ ਹੈ, ਸੰਗ ਦੋਖ ਨਿਰਦੋਖ ਰਹੰਦਾ। ਰਾਤੀ ਭਵਰ ਲੁਭਾਏਂਦਾ, ਸੀਤਲ ਹੋਏ ਸੁਗੰਧ ਮਿਲੰਦਾ। ਭਲਕੇ ਸੂਰਜ ਧਿਆਨ ਧਰ, ਪ੍ਰਫੁੱਲਤ ਹੋਏ ਮਿਲੈ ਹਸੰਦਾ।
ਗੁਰਮੁਖ ਸੁਖ ਫਲ ਸਹਿਜ ਘਰ, ਵਰਤਮਾਨ ਅੰਦਰ ਵਰਤੰਦਾ। ਲੋਕਾਚਾਰੀ ਲੋਕ ਵਿੱਚ, ਵੇਦ ਵਿਚਾਰੀ ਕਰਮ ਕਰੰਦਾ। ਸਾਵਧਾਨ ਗੁਰ ਗਿਆਨ ਵਿੱਚ, ਜੀਵਨ ਮੁਕਤ ਜੁਗਤ ਵਿਚਰੰਦਾ। ਸਾਧ ਸੰਗਤ ਗੁਰ ਸ਼ਬਦ ਵਸੰਦਾ। ਸਾਗਰ ਅੰਦਰ ਬੋਹਿਥਾ, ਵਿੱਚ ਮੁਹਾਣਾ ਪਰ ਉਪਕਾਰੀ। ਭਾਰ ਅਥਰ ਬਣ ਲੱਦੀਐ, ਲੈਵਾ ਪਾਰ ਚੜਨ ਵਾਪਾਰੀ। ਸਾਇਰ ਲਹਿਰ ਨ ਵਿਆਪਈ, ਅਤ ਅਸਗਾਹ ਅਥਾਹ ਅਪਾਰੀ। ਬਾਹਲੇ ਪੂਰ ਲੰਘਾਏਂਦਾ, ਸਹੀ ਸਲਾਮਤ ਪਾਰ ਉਤਾਰੀ। ਦੂਣੇ ਚਾਉਣੇ ਕੰਮ ਹੋਣ, ਲਾਹਾ ਲੈ ਲੈ ਕਾਜ ਸਵਾਰੀ। ਗੁਰਮੁਖ ਸੁਖ ਫਲ ਸਾਧ ਸੰਗ, ਭਵ ਜਲ ਅੰਦਰ ਦੁਤਰ ਤਾਰੀ। ਜੀਵਨ ਮੁਕਤ ਜੁਗਤ ਨਿਰੰਕਾਰੀ। ਜੀਵਨ ਮੁਕਤ ਜੁਗਤ ਨਿਰੰਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਸਮਰੱਥ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀਓ, ਸ਼ਾਮ ਦੇ ਸਜੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਆਪ ਜੀ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ। ਅੱਜ ਦੇ ਇਸ ਪ੍ਰਸੰਗ ਵਿੱਚ ਭਾਈ ਗੁਰਦਾਸ ਸਾਹਿਬ ਉਹਨਾਂ ਦੇ ਦੁਆਰਾ ਉਚਾਰਨ ਕੀਤੀਆਂ ਹੋਈਆਂ ਵਾਰਾਂ ਵਿੱਚ ਅੱਜ 16ਵੀਂ ਵਾਰ ਦਾ ਇੱਕ ਪ੍ਰਕਰਨ, ਜੋ ਕਿ 3 ਪੌੜੀਆਂ ਵਿੱਚ ਪੜ੍ਹਿਆ ਗਿਆ, 2 ਨੰਬਰ 3 ਨੰਬਰ ਔਰ 5 ਨੰਬਰ। ਇਹਨਾਂ ਤਿੰਨਾਂ ਹੀ ਪੌੜੀਆਂ ਦਾ ਸਰੂਪ ਮੂਲ ਭਾਵ ਇੱਕੋ ਹੀ ਹੈ। ਥੋੜ੍ਹੀ ਜਿਹੀ ਆਵਾਜ਼ ਕਰ। ਤਿੰਨਾਂ ਦਾ ਹੀ ਸਰੂਪ ਇੱਕ ਹੈ ਔਰ ਇਹਦੇ ਅੰਦਰ ਭਾਈ ਸਾਹਿਬ ਨੇ ਬਹੁਤ ਹੀ ਮਹਿੰਗੇ ਸ਼ਬਦ ਗੁਰਸਿੱਖ ਗੁਰਮੁਖ ਦੀ ਅੰਦਰਲੀ ਅਵਸਥਾ ਬਿਆਨ ਕੀਤੀ। ਉਹਦਾ ਇੱਕ ਗੁਣ ਜਿਹੜਾ ਬਹੁਤ ਵੱਡਾ ਹੈ, ਨਹੀਂ ਤੇ ਆਮ ਤੌਰ ਤੇ ਧਾਰਮਿਕ ਬੰਦੇ ਵਿੱਚ ਇੱਕ ਨੁਕਸ ਪੈਂਦਾ ਹੈ। ਉਹ ਇਹ ਹੈ ਕਿ ਜਦੋਂ ਉਹ ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ, ਸੰਸਾਰ ਤੋਂ ਵੱਖਰਾ ਹੋਣਾ ਸ਼ੁਰੂ ਕਰ ਦਿੰਦਾ ਹੈ, ਆਪਣੇ ਆਪ ਨੂੰ ਕੁਝ ਵੱਖਰਾ ਮਹਿਸੂਸ ਕਰਦਾ ਹੈ, ਦੁਨੀਆ ਤੋਂ ਸਾਈਡ ਤੇ ਚਲਾ ਜਾਂਦਾ ਹੈ ਤੇ ਸਮਾਜ ਐਸੇ ਲੋਕਾਂ ਤੋਂ ਖਾਲੀ ਹੋ ਜਾਂਦਾ। ਭਾਈ ਸਾਹਿਬ ਨੇ ਅੱਜ ਐਸੇ ਗੁਰਮੁਖ ਦੀ ਅਵਸਥਾ ਜੀਵਨ ਦੀ ਕਲਾ ਦੱਸੀ ਹੈ, ਜਿਹੜਾ ਕਮਲ ਦੇ ਫੁੱਲ ਵਰਗਾ ਹੈ, ਜਿਹਦੇ ਵਿੱਚ ਇੱਕ ਅੰਦਰਲੀ ਅਵਸਥਾ ਪੈਦਾ ਹੋ ਗਈ। ਉਸ ਨੂੰ ਕਹਿੰਦੇ ਨੇ ਅਲਿਪਤ ਰਹਿਣਾ। ਅਲਿਪਤ ਦਾ ਮਤਲਬ ਹੈ ਵਿੱਚ ਰਹਿਣਾ ਤੇ ਵੱਖਰੇ ਰਹਿਣਾ। ਇਹ ਗੁਣ ਨਾਮ ਦੁਆਰਾ ਉਹਦੇ ਵਿੱਚ ਪ੍ਰਗਟ ਹੋਇਆ। ਇੱਥੋਂ ਤੱਕ ਭਾਈ ਸਾਹਿਬ ਨੇ ਅੱਗੇ ਵੱਧ ਕੇ ਇੱਕ ਪੰਕਤੀ ਵਰਤੀ ਹੈ,
ਕਹਿੰਦੇ ਉਹ ਐਸਾ ਵਿਅਕਤੀ ਹੈ ਲੋਕਾਂ ਵਿੱਚ ਲੋਕਾਚਾਰੀ ਹੈ ਤੇ ਧਰਮ ਵਿੱਚ ਧਰਮੀ ਹੈ। ਜੇ ਅਸੀਂ ਆਮ ਦੁਨੀਆ ਵਿੱਚ ਵੇਖੀਏ ਤੇ ਉਸ ਬੰਦੇ ਨੂੰ ਕਵਾਂਗੇ ਦੁਬਿਧਾ ਦਾ ਸ਼ਿਕਾਰ ਹੈ ਵੀ ਜਦੋਂ ਸੰਸਾਰ ਵਿੱਚ ਜਾਂਦਾ ਤੇ ਉੱਥੇ ਜਾ ਕੇ ਸੰਸਾਰੀ ਬਣ ਜਾਂਦਾ ਹੈ, ਗੁਰਦੁਆਰੇ ਆਉਂਦਾ ਤੇ ਧਰਮੀ ਲੱਗਦਾ। ਉਹ ਮਨਮੁਖ ਵੀ ਗਿਣਿਆ ਗਿਆ, ਪਰ ਇੱਥੇ ਕਹਿ ਰਹੇ ਨੇ ਗੁਰਮੁਖ ਦੇ ਅੰਦਰ ਉਹ ਗੁਣ ਹੈ। ਥੋੜਾ ਜਿਹਾ ਧਿਆਨ ਦੇਣਾ। ਉਹ ਭਾਵੇਂ ਲੋਕਾਂ ਵਿੱਚ ਲੋਕਾਚਾਰੀ ਹੈ, ਪਰ ਉਹਦਾ ਅੰਦਰਲਾ ਹਿੱਸਾ ਲੋਕਾਂ ਵਿੱਚ ਨਹੀਂ ਜਾਂਦਾ, ਬਾਹਰੋਂ ਬਾਹਰੋਂ ਕਰਦਾ ਹੈ। ਇੱਥੇ ਤਾਂ ਉਹਦੇ ਉਦਾਹਰਨ ਦਿੱਤੇ ਨੇ। ਜਦੋਂ ਗੁਰੂ ਕਾ ਸ਼ਬਦ ਜਿਨ੍ਹਾਂ ਨੇ ਜਪਿਆ ਔਰ ਕਮਾਇਆ, ਨਾਮ ਕੀ ਕਰਦਾ ਹੈ? ਸਾਡੀ ਜ਼ਿੰਦਗੀ ਦੋ ਚੀਜ਼ਾਂ ਦੇ ਮਿਸ਼ਰਨ ਤੋਂ ਬਣੀ, ਨੂਰ ਤੇ ਮਿੱਟੀ ਤੋਂ। ਜੋਤ ਤੇ ਪੰਜ ਤੱਤਾਂ ਦਾ ਸੰਯੋਗ ਹੈ ਸਾਡਾ ਸਰੀਰ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ। ਜੋਤ ਟਿਕਾਈ ਵਿੱਚ ਸਰੀਰ ਦੇ, ਪਰ ਜੋਤ ਇੰਨੀ ਖਿਲਰ ਗਈ ਵੀ ਉਹ ਹੁਣ ਸਾਰੇ ਸਰੀਰ ਦੇ ਵਿੱਚ ਚੌਹਾਂ ਪਾਸੇ ਫਸੀ ਹੋਈ, ਉਹਨੂੰ ਇਕੱਠਾ ਹੋਣਾ ਆਉਂਦਾ ਹੀ ਨਹੀਂ। ਤੇ ਨਾਮ ਕਿਹਨੂੰ ਕਹਿੰਦੇ ਨੇ? ਨਾਮ ਦੇ ਅਰਥ ਨੇ ਜਿਹੜਾ ਸਾਡੀ ਜੋਤ ਨੂੰ ਵੱਖਰਾ ਕਰਦਾ ਹੈ, ਤੇ ਜਦੋਂ ਜੀ ਕਰੇ ਆਪਾਂ ਮਨ ਨੂੰ ਇਕੱਠਾ ਕਰਕੇ ਇੱਕ ਨੁਕਤੇ ਤੇ ਇੱਕ ਕੇਂਦਰ ਤੇ ਇਕੱਠਾ ਕਰ ਸਕੀਏ, ਜਦੋਂ ਲੋੜ ਪਏ ਤੇ ਸਰੀਰ ਦੀ ਵਰਤੋਂ ਕਰ ਲਈਏ। ਇਹ ਸਤਿਗੁਰੂ ਨੇ ਸਾਨੂੰ ਸੰਪੂਰਨ ਮਨੁੱਖ ਦਾ ਸਿਧਾਂਤ ਦਿੱਤਾ, ਸੋ ਅੰਤਰ ਸੋ ਬਾਹਰ ਅਨੰਤ। ਗੁਰਸਿੱਖ ਵਿੱਚ ਦੋ ਬਿਰਤੀਆਂ ਨੇ, ਉਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਨਿਰਵਿਰਤੀ ਤੇ ਪਰਵਿਰਤੀ। ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ। ਪਰਵਿਰਤੀ ਦਾ ਮਤਲਬ ਹੁੰਦਾ ਬਾਜ਼ਾਰ ਵਿੱਚ ਗਿਆ, ਕੰਮ ਕੀਤਾ, ਪਰਿਵਾਰ ਵਿੱਚ, ਦੋਸਤਾਂ ਵਿੱਚ, ਮਿੱਤਰਾਂ ਵਿੱਚ ਬੋਲ ਚਾਲ ਲਿਆ, ਗੱਲਬਾਤ ਕਰ ਲਈ, ਕੰਮ ਕੀਤਾ। ਵੇਖਣ ਵਾਲੇ ਨੂੰ ਲੱਗਾ ਸੰਸਾਰੀ ਹੈ, ਵੇਖਣ ਵਾਲੇ ਨੂੰ ਬਿਲਕੁਲ ਇਹ ਲੱਗੇਗਾ ਸੰਸਾਰੀ ਹੈ, ਪਰ ਉਹਦੇ ਅੰਦਰ ਇੱਕ ਬਰੀਕ ਜਿਹਾ ਧਾਗਾ ਅੰਦਰ ਜੁੜਿਆ ਹੋਇਆ, ਉਹ ਆਪਣੇ ਕੇਂਦਰ ਨੂੰ ਨਹੀਂ ਛੱਡਦਾ। ਜਿਵੇਂ ਮੈਂ ਉਦਾਹਰਨ ਦਿਆਂ, ਜਦੋਂ ਕੋਈ ਗੁਰਸਿੱਖ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ, ਤੁਸੀਂ ਵੇਖਿਆ ਹੋਣਾ ਵੀ ਸਰੋਵਰ ਦੇ ਕੰਢੇ ਦੇ ਉੱਤੇ ਇੱਕ ਲੋਹੇ ਦਾ ਕੁੰਡਾ ਲਾ ਕੇ ਉਹਨੂੰ ਸੰਗਲ ਪਾਇਆ ਹੁੰਦਾ। ਉਹ ਜਦੋਂ ਇਸ਼ਨਾਨ ਕਰਨ ਲੱਗਦਾ ਹੈ, ਕੋਈ ਬੱਚਾ ਇਸ਼ਨਾਨ ਕਰਦਾ ਤੇ ਉਹਨੂੰ ਕਹਿੰਦੇ ਵੀ ਭਾਵੇਂ ਕਿੱਥੋਂ ਤੱਕ ਚਲਾ ਜਾ, ਸਰੋਵਰ ਵਿੱਚ ਡੂੰਘਾ ਬੜਾ ਹੈ, ਪਰ ਆ ਸੰਗਲ ਨਾ ਛੱਡੀ, ਸੰਗਲ ਫੜ ਕੇ ਨਾਲ। ਬੇਨਤੀ ਹੈ ਵੀ ਬੱਚਿਆਂ ਦਾ ਬਹੁਤ ਇਹ ਮੈਨੂੰ ਵਿੱਚ ਬੋਲਣਾ ਪਿਆ, ਔਰ ਇਹ ਕੋਈ ਬਹੁਤਾ ਔਖਾ ਕੰਮ ਨਹੀਂ, ਜੇ ਆਪ ਸਿਖਾਓ ਤੇ ਸਿੱਖ ਸਕਦੇ ਨੇ। ਆਪ ਜੀ ਬਾਹਰੋਂ ਇਹਨਾਂ ਨੂੰ ਸਮਝਾ ਕੇ ਲਿਆਇਆ ਕਰੋ, ਬੱਚੇ ਸਭ ਕੁਝ ਸਿੱਖ ਸਕਦੇ ਨੇ, ਸਾਡੇ ਤੋਂ ਵੀ ਸਿਆਣੇ ਨੇ। ਪਰ ਜਦੋਂ ਉਹ ਖੇਡਦੇ ਨੇ ਤੇ ਆਪਾਂ ਰੈਫਰੀ ਬਣ ਜਾਂਦੇ ਹਾਂ, ਕੰਮ ਇਹ ਖਰਾਬ ਹੈ। ਮੈਂ ਸਾਰੀ ਥਾਵਾਂ ਤੇ ਵੇਖਿਆ ਤੇ ਇੱਕੋ ਵਾਰੀ ਬੇਨਤੀ ਕਰਨੀ, ਉਹਨਾਂ ਨੂੰ ਸਿਖਾਇਆ ਕਰੀਏ ਵੀ ਗੁਰਦੁਆਰੇ ਕਿਵੇਂ ਜਾਣਾ। ਇਹ ਨਹੀਂ ਵੀ ਸਿੱਖ ਨਹੀਂ ਸਕਦੇ, ਸਾਡੇ ਤੋਂ ਵੱਧ ਸੀਰੀਅਸ ਨੇ, ਉਹ ਸਿਆਣੇ ਨੇ, ਪਰ ਨੁਕਸੇ ਪੈਂਦਾ ਵੀ ਬੱਚਾ ਥੋੜਾ ਜਿਹਾ ਕੰਮ ਕਰਦਾ ਤੇ ਆਪਾਂ ਸੀਟੀਆਂ ਵਜਾਉਂਦੇ ਨਾਲ ਰੈਫਰੀ ਬਣ ਜਾਂਦੇ ਵੀ ਠੀਕ ਹੈ। ਜੇ ਕੋਈ ਬਹੁਤਾ ਬੱਚਾ ਚੰਚਲ, ਉਹਨੂੰ ਬੇਨਤੀ ਵੀ ਬਾਹਰ ਦਰਵਾਜ਼ੇ ਦੇ ਅੱਗੇ ਬਵੇ, ਉਹਨੂੰ ਬਾਹਰ ਖੇਡਣ ਦਿਓ, ਕਿਉਂਕਿ ਉਹਨਾਂ ਦੀ ਉਮਰ ਇਸ ਤਰ੍ਹਾਂ ਦੀ, ਉਹ ਜੇ ਆਦਤ ਨਹੀਂ ਪਈ ਤਾਂ ਖੁੱਲ੍ਹਾ ਛੱਡ ਦਿਓ ਬਾਹਰ। ਕਿਉਂਕਿ ਇੱਕ ਵਾਰੀ ਵਿਚਾਰ ਜਦੋਂ ਜਿਵੇਂ ਹੁਣ ਆਪਾਂ ਸ਼ੁਰੂ ਕੀਤੀ ਸੀ ਨਾ, ਉਹਦਾ ਇੱਕ ਕੇਂਦਰ ਸੀ, ਇੱਕ, ਪਰ ਹੁਣ ਵਿੱਚ ਟੁੱਟ ਗਿਆ ਤੇ ਉਹ ਕੇਂਦਰ ਪਰਤ ਕੇ ਜੁੜ ਜਾਏ ਤੇ ਗੁਰੂ ਦੀ ਕਿਰਪਾ ਹੈ, ਨਹੀਂ ਤੇ ਹੋਰ ਪਾਸੇ ਚਲਾ। ਫਿਰ ਧਿਆਨ ਨੂੰ ਕਰੋ ਇਕਾਗਰ, ਔਰ ਫਿਰ ਉਸ ਕੇਂਦਰ ਤੇ ਆਉਣ ਵਾਸਤੇ ਇੱਕ ਵਾਰੀ 2 ਮਿੰਟ ਜਾਪ ਕਰੀਏ। ਸਾਰਿਆਂ ਨੇ ਕਿਰਪਾ ਕਰੀ ਬੋਲਣਾ ਜੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਸ਼ਬਦ ਦੀ ਜੜ ਜਿਉਂ-ਜਿਉਂ ਜਪਦੇ ਹਾਂ ਅੰਦਰ ਡੂੰਘੀ ਹੁੰਦੀ ਜਾਂਦੀ ਔਰ ਸਾਡੀ ਜ਼ਿੰਦਗੀ ਦੇ ਦੋ ਭਾਗ ਕਰ ਦਿੰਦੀ, ਦੋ ਹਿੱਸੇ, ਅੰਦਰਲਾ ਅੰਦਰ, ਬਾਹਰਲਾ ਬਾਹਰ। ਵੈਸੇ ਤਾਂ ਮਨਮੁਖ ਦੀਆਂ ਵੀ ਇਹ ਨਿਸ਼ਾਨੀਆਂ ਨੇ, ਉਹਦੀ ਕਿਰਿਆ ਵੀ ਗੁਰਮੁਖ ਵਰਗੀ ਹੀ ਹੈ, ਪਰ ਗੁਰਮੁਖ ਪ੍ਰਵਾਨ ਹੈ, ਮਨਮੁਖ ਪ੍ਰਵਾਨ ਨਹੀਂ। ਇਹ ਦੋਵਾਂ ਦੀਆਂ ਕਿਰਿਆਵਾਂ ਇੱਕੋ ਜਿਹੀਆਂ ਨੇ। ਮਨਮੁਖ ਨੂੰ ਵੀ ਕਿਹਾ ਗਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਕਹਿੰਦੇ ਤੂੰ ਪ੍ਰਵਾਨ ਨਹੀਂ ਹੋਵੇਗਾ, ਤੂੰ ਅੰਦਰੋਂ ਹੋਰ ਹੈ ਤੇ ਬਾਹਰੋਂ ਹੋਰ ਹੈ, ਤੂੰ ਅੰਦਰੋਂ ਝੂਠਾ ਹੈ ਤੇ ਬਾਹਰੋਂ ਸੱਚਾ ਹੈ, ਤੂੰ ਪ੍ਰਵਾਨ ਨਹੀਂ। ਤੇਰੇ ਅੰਦਰ ਤੇ ਬਾਹਰ ਵਿੱਚ ਫਰਕ ਹੈ, ਤੇਰੇ ਅੰਦਰ ਸੰਸਾਰ ਹੈ, ਤੇਰੇ ਮੂੰਹ ਵਿੱਚ ਧਰਮ ਹੈ, ਇਸ ਕਰਕੇ ਤੂੰ ਪ੍ਰਵਾਨ ਨਹੀਂ ਹੋਵੇਗਾ। ਪਰ ਗੁਰਮੁਖ ਨੂੰ ਪ੍ਰਵਾਨ ਕਰ ਲਿਆ। ਕਿਉਂ? ਗੁਰਮੁਖ ਤਾਂ ਪ੍ਰਵਾਨ ਹੋਇਆ, ਉਹਦੇ ਅੰਦਰ ਧਰਮ ਹੈ ਤੇ ਮੂੰਹ ਤੇ ਸੰਸਾਰ, ਜੜ ਠੀਕ ਹੈ, ਜੜ ਤੰਦਰੁਸਤ ਹੈ। ਉਹਨਾਂ ਨੂੰ ਕਿਹਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਪਰ ਗੁਰਮੁਖਾਂ ਨੂੰ ਕਿਹਾ ਕਿ ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਜੜ ਪੱਕੀ ਹੋ ਜਾਏ, ਪੱਤੇ ਆਪਣੇ ਆਪ ਠੀਕ ਹੋ ਜਾਏ। ਇਹ ਸ਼ਬਦ ਗੁਰੂ ਕਾ ਸ਼ਬਦ ਜਦੋਂ ਅੰਦਰ ਜੜ ਬਣਾਉਣ ਲੱਗ ਪੈਂਦਾ ਨਾ ਬੰਦੇ ਦੇ, ਫਿਰ ਉਹ ਸਾਡੀ ਜ਼ਿੰਦਗੀ ਦੇ ਦੋ ਭਾਗ ਕਰਾ ਦਿੰਦਾ, ਚੇਤਨ ਮਨ ਤੇ ਅਚੇਤਨ। ਥੋੜਾ ਜਿਹਾ 10 ਮਿੰਟ ਇਹਦੇ ਤੇ ਬੇਨਤੀ ਕਰਾਂ। ਸਾਡੇ ਮਨ ਦੇ ਦੋ ਹਿੱਸੇ ਕਰ ਦੇਗਾ, ਇੱਕ ਹੈ ਵੀ ਪਹਿਲਾਂ ਵੀ ਦੋ ਹੀ ਨੇ, ਇੱਕ ਅਚੇਤਨ ਥੱਲੇ ਲੁਕਾ ਪਿਆ, ਸਟੋਰ ਬੇਸਮੈਂਟ ਵਿੱਚ ਪਿਆ ਹੈ ਸਾਰਾ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਸੱਜਣ ਠੱਗ ਬਹੁਤ ਰੋਇਆ ਉਸ ਰਾਤ ਜਦੋਂ ਉਹਦੇ ਘਰ ਵਿੱਚ ਸਨ। ਉਹਦੇ ਨਾਲ ਦੇ ਵੀ ਹੈਰਾਨ ਸਨ ਵੀ ਇਹ ਆਦਮੀ ਇੰਨਾ ਪੱਥਰ ਦਿਲ ਸੀ। ਜਦੋਂ ਬਹੁਤ ਰੋਇਆ ਤੇ ਸਤਿਗੁਰੂ ਨੇ ਬਾਂਹ ਫੜ ਕੇ ਉਠਾ ਲਿਆ, ਕੋਲ ਬਿਠਾਇਆ, ਕਹਿੰਦੇ ਰੋ ਨਾ, ਗੱਲ ਕਰ। ਕਿੰਨਾ ਚਿਰ ਬੋਲਿਆ ਨਹੀਂ, ਫਿਰ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਮੈਂ ਜਿਵੇਂ ਦਾ ਮੇਰਾ ਘਰ ਇੱਥੋਂ ਬਾਹਰੋਂ ਹੈ ਨਾ, ਡਰਾਇੰਗ ਰੂਮ ਜਿਹਨੂੰ ਕਹਿੰਦੇ, ਸੀਟਿੰਗ ਬਹਿਣ ਵਾਲਾ ਥਾ, ਇਸ ਤਰ੍ਹਾਂ ਮੇਰੀ ਬੇਸਮੈਂਟ ਨਹੀਂ, ਥੱਲੇ ਆ ਕੇ ਵੇਖੋ ਮੈਂ ਤੁਹਾਨੂੰ ਵਿਖਾਣਾ ਮੈਂ ਕਿਵੇਂ ਦਾ। ਪੁੱਛਿਆ ਜੀ ਉਹ ਕਿਤੇ? ਕਹਿੰਦੇ ਥੱਲੇ ਵਾਲਾ ਤਹਿ ਖਾਨਾ। ਚਲਾ ਗਿਆ। ਗੁਰੂ ਨਾਨਕ ਸਾਹਿਬ ਜੀ ਪਿੱਛੇ ਗਏ, ਜਦੋਂ ਤਹਿ ਖਾਨੇ ਦਾ ਦਰਵਾਜ਼ਾ ਖੋਲ੍ਹਿਆ, ਵਿੱਚ ਹੱਡੀਆਂ ਖਿਲਰੀਆਂ ਪਈਆਂ ਆਦਮੀਆਂ, ਵਿੱਚ ਖੋਪਰੀਆਂ ਖਿਲਰੀਆਂ ਹੋਈਆਂ, ਬਦਬੂ ਆ ਰਹੀ। ਮਹਾਰਾਜ ਕਹਿੰਦੇ ਕੀ ਹੈ? ਕਹਿਣ ਲੱਗਾ ਮਹਾਰਾਜ ਇਹ ਮੇਰੇ ਪਾਪ ਸਾਰੇ ਮੈਂ ਦੱਬ ਕੇ ਰੱਖੇ ਨੇ, ਥੱਲੇ ਪਾਪ ਤੇ ਉੱਤੇ ਧਰਮ। ਫਿਰ ਰੋਣ ਲੱਗ ਪਿਆ। ਹਜ਼ੂਰ ਕਹਿੰਦੇ ਨਹੀਂ ਤੂੰ ਰੋ ਨਾ। ਕਹਿਣ ਲੱਗਾ ਕਿਉਂ? ਕਹਿੰਦੇ ਤੂੰ ਇਕੱਲਾ ਨਹੀਂ, ਬੜੇ ਲੋਕ ਨੇ ਤੇਰੇ ਵਰਗੇ, ਫਿਕਰ ਨਾ ਕਰ।
ਇਹ ਸੰਸਾਰ ਦੀ ਤਸਵੀਰ ਤੂੰ ਫਿਜ਼ੀਕਲੀ ਸਿਸਟਮ ਨਾਲ ਪ੍ਰਗਟ ਕਰ ਦਿੱਤੀ। ਤੂੰ ਮਕਾਨ ਉਸ ਤਰ੍ਹਾਂ ਦਾ ਬਣਾ ਦਿੱਤਾ ਜਿਵੇਂ ਦਾ ਆਦਮੀ ਦਾ ਮਨ ਹੈ। ਮਨ ਵੀ ਇਸ ਤਰ੍ਹਾਂ ਦਾ ਹੈ। ਮਨ ਦੇ ਉੱਪਰਲੇ ਹਿੱਸੇ ਵਿੱਚ ਸਭ ਸਾਫ਼ ਹੈ, ਮਨ ਦੇ ਥੱਲੇ ਵਾਲੇ ਹਿੱਸੇ ਵਿੱਚ ਇਹ ਹੱਡੀਆਂ ਖਿਲਰੀਆਂ ਹੋਈਆਂ ਨੇ। ਇਕੱਲੇ ਤੇਰੇ ਦਾ ਘਰ, ਤੇਰਾ ਘਰ ਇਸ ਤਰ੍ਹਾਂ ਨਹੀਂ। ਜਿੰਨਾ ਚਿਰ ਉਸ ਡੂੰਘੇ ਥਾਂ ਤੇ ਜਿਹਨੂੰ ਅਚੇਤਨ ਮਾਈਂਡ ਮਨ ਹੈ ਉੱਥੇ ਨਹੀਂ ਗੁਰੂ ਕਾ ਸ਼ਬਦ ਜਾਂਦਾ, ਉਹਨਾਂ ਚਿਰ ਸ਼ੁੱਧਤਾ ਨਹੀਂ ਆਵੇਗੀ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਹਦੀ ਵਿਆਖਿਆ ਕਰ ਦਿੱਤੀ। ਹਜ਼ੂਰ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਅੰਤਰ ਆਤਮੈ, ਅੰਤਰ ਆਤਮੈ ਦਾ ਮਤਲਬ ਅਚੇਤਨ ਮਨ, ਡੂੰਘਾ ਮਨ। ਹਿਰਦੇ ਦਾ ਮਤਲਬ ਅਚੇਤਨ ਮਨ, ਤੇ ਮਨ ਦਾ ਮਤਲਬ ਜਿਹੜਾ ਮਨ ਬਾਹਰ ਪ੍ਰਗਟ। ਕਈ ਵਾਰੀ ਤੇ ਸਾਨੂੰ ਆਪ ਵੀ ਨਹੀਂ ਪਤਾ ਲੱਗਦਾ ਮੇਰੇ ਅੰਦਰ ਕਿੰਨਾ ਕੋਈ ਭੁਲੇਖਾ ਪਾ ਦਿੰਦਾ ਬਾਹਰਲਾ ਮਨ, ਵੀ ਤੂੰ ਹੁਣ ਸ਼ੁੱਧ ਹੋ ਗਿਆ, ਹੁਣ ਪਵਿੱਤਰ। ਤਾਂ ਹੀ ਆਪਣੇ ਨਾਂ ਦੇ ਅੱਗੇ ਕਈ ਕੁਝ ਲਾ ਕੇ ਅਸੀਂ ਸੋਚਦੇ ਅਸੀਂ ਹੁਣ ਬਣ ਗਏ, ਹੋ ਗਏ, ਪਰ ਵਿੱਚ ਕਿਤੇ ਰਹਿੰਦਾ ਕੁਝ ਜਿਹੜਾ ਸਾਨੂੰ ਟਿਕਣ ਨਹੀਂ ਦਿੰਦਾ। ਜਿੰਨਾ ਚਿਰ ਉਹ ਸ਼ੁੱਧ ਨਹੀਂ ਹੁੰਦਾ ਅਚੇਤਨ ਮਨ, ਉਹਨਾਂ ਚਿਰ ਧਿਆਨ ਵਿੱਚ ਰਸ ਨਹੀਂ ਆਏਗਾ। ਨਾਮ ਵਿੱਚ ਰਸ ਤਾਂ ਹੀ ਨਹੀਂ ਆਉਂਦਾ, ਅਚੇਤਨ ਮਨ ਦੱਬਿਆ ਹੋਇਆ ਹੈ। ਅਸੀਂ ਉਹਨਾਂ ਇੱਛਾਵਾਂ ਨੂੰ ਅੰਦਰ ਦਬਾ ਕੇ ਰੱਖਿਆ, ਤੇ ਉੱਥੇ ਤੱਕ ਅਜੇ ਨਾਮ ਨਹੀਂ ਗਿਆ ਡੂੰਘੇ ਥਾਂ ਤੇ, ਕਿਉਂਕਿ ਅਸੀਂ ਸਿਰਫ ਦਿਮਾਗ ਵਿੱਚ ਨਾਮ ਨੂੰ ਰੱਖਿਆ, ਵਿਚਾਰਾਂ ਵਿੱਚ ਰੱਖਿਆ, ਅੰਦਰ ਨਹੀਂ ਗਿਆ ਤੇ ਸ਼ੁੱਧਤਾ ਨਹੀਂ ਆਈ। ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਸੱਜਣ ਨੂੰ ਕਿਹਾ ਵੀ ਹੁਣ ਤੇਰੀ ਬੇਸਮੈਂਟ ਅਸੀਂ ਵੇਖ ਲਈ, ਤੂੰ ਵਿਖਾ ਦਿੱਤੀ, ਸਮਝ ਲੈ ਸਾਫ਼ ਹੋ ਗਈ। ਬਸ ਸਾਨੂੰ ਲੋਕ ਵਿਖਾਉਂਦੇ ਹੀ ਨਹੀਂ ਸਾਡੇ ਅੰਦਰ ਕੀ ਹੈ। ਬਾਹਰੋਂ ਲਿੰਬ ਪੋਚ ਕੇ ਰੱਖ ਦਿੰਦੇ ਨੇ, ਪਾਲਿਸ਼ ਚੱਲਦੀ। ਗੁਰੂ ਨੂੰ ਪਾਲਿਸ਼ ਪ੍ਰਵਾਨ ਨਹੀਂ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਜਦੋਂ ਤੂੰ ਗੁਰੂ ਕੇ ਸ਼ਬਦ ਨਾਲ ਜੁੜੇਗਾ ਨਾ, ਤੈਨੂੰ ਇੱਕ ਅੰਦਰ ਸੈਂਟਰ ਮਿਲ ਜਾਏਗਾ, ਕੇਂਦਰ ਤੇ ਤੇਰਾ ਸੁਰਤ ਜਿਹੜੀ ਜਾਗ ਪੈਗੀ। ਉੱਥੋਂ ਇੱਕ ਬਾਹਰ ਤੂੰ ਬੋਲਦਾ ਰਹੇਗਾ ਪਰ ਅੰਦਰ ਉਸ ਕੰਮ ਵਿੱਚ ਲੱਗਾ ਰਹੇਗਾ। ਅੰਦਰ ਨਹੀਂ ਤੇਰਾ ਟੁੱਟੇਗਾ ਦਿਨ ਰਾਤ ਲਗਾਤਾਰ, ਜਿਹਨੂੰ ਸਿਮਰਨ ਕਹਿੰਦੇ ਆ। ਬਾਹਰ ਤੂੰ ਬੋਲ ਵੀ ਲਏਗਾ, ਰੋਟੀ ਵੀ ਖਾਏਗਾ, ਕੰਮ ਵੀ ਕਰੇਗਾ, ਵਿਚਰ ਵੀ ਲਏਗਾ, ਪਰ ਜੇ ਤੇਰੇ ਅੰਦਰ ਨਾਮ ਟਿਕ ਗਿਆ ਹੋਇਆ ਤਾਂ ਹੈ, ਗੱਲਾਂ ਨਾਲ ਨਹੀਂ ਹੈ। ਇਹ ਕੇਵਲ ਦੋ ਤੁਕਾਂ ਪੜ੍ਹ ਲਈਏ ਕਬੀਰ ਸਾਹਿਬ ਜੀ ਦੀਆਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹਾਥ ਪਾਏ ਕਰ ਕੰਮ ਸਭ ਚੀਤ ਨਿਰੰਜਨ ਨਾਲ। ਇਹ ਕਹਿਣ ਨਾਲ ਨਹੀਂ ਹੋਵੇਗਾ। ਜਿੰਨਾ ਚਿਰ ਘੰਟਾ ਦੋ ਸਵੇਰੇ ਮਨ ਵਿੱਚ ਉਹ ਪਾਏਗਾ ਨਾ ਉਹਨਾਂ ਚਿਰ ਉਸ ਕੇਂਦਰ ਨੇ ਬਣਨਾ ਨਹੀਂ। ਕੱਲਾ ਗਿਆਨ ਤੇ ਵਿਚਾਰ ਕੰਮ ਨਹੀਂ ਕਰਦਾ, ਕੰਮ ਕਰਨਾ ਪੈਂਦਾ। ਜਦੋਂ ਦਾਤ ਅੰਦਰ ਟਿਕ ਜਾਏਗੀ, ਸੱਚੇ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਦੇ ਦੋ ਹਿੱਸੇ ਹੋ ਜਾਣਗੇ। ਬਾਹਰ ਤੂੰ ਕਿਰਤ ਕਰੇਗਾ ਤੇ ਅੰਦਰ ਕੀਰਤਨ ਕਰੇਗਾ। ਅੰਦਰ ਡੂੰਘੇ ਥਾਂ ਤੇ ਕੀਰਤਨ ਚੱਲਦਾ ਰਹੇਗਾ, ਉਹ ਆਵਾਜ਼ ਆਉਂਦੀ ਰਹੇਗੀ ਅੰਦਰੋਂ। ਤੇ 24 ਘੰਟਿਆਂ ਦੇ ਵਿੱਚ ਜਿਉਂ ਹੀ ਤੂੰ ਕਿਤੇ ਸ਼ਾਂਤ ਹੋ ਕੇ ਬੈਠੇਗਾ, ਤੂੰ ਫਿਰ ਆਪਣੇ ਘਰ ਵਿੱਚ, ਨਿਜ ਘਰ ਵਿੱਚ ਆ ਜਾਏਗਾ, ਅੰਦਰਲੇ ਹਿੱਸੇ ਵਿੱਚ ਟਿਕ ਜਾਏਗਾ, ਗੁਰੂ ਕੇ ਸ਼ਬਦ ਵਿੱਚ ਫਿਰ ਇਕਾਗਰ ਹੋ ਜਾਏਗਾ। ਇਹ ਸਾਰੀ ਸਾਧਨਾ ਸਿੱਖੀ ਦੀ। ਇਸ ਨੂੰ ਗੁਰੂ ਸਾਹਿਬ ਨੇ ਕਿਹਾ ਅਲਿਪਤ ਰਹਿਣਾ। ਅਲਿਪਤ ਸੁਖਮਣੀ ਸਾਹਿਬ ਵਿੱਚ ਪੜ੍ਹੋ। ਇੱਕ ਤੁਕ ਨੂੰ ਵਿਚਾਰ ਲਈ, ਅੱਜ ਬਹੁਤ ਪੜ੍ਹਿਆ, ਕਈ ਵਾਰੀ ਪੜ੍ਹਿਆ, ਪਰ ਇੱਕ ਤੁਕ ਵੇਖੀ, ਬ੍ਰਹਮ ਗਿਆਨੀ ਸਦਾ ਨਿਰਲੇਪ। ਨਿਰਲੇਪ ਕੀ ਹੈ? ਨੋ ਅਟੈਚਮੈਂਟ, ਚੀਜ਼ਾਂ ਦੇ ਨਾਲ ਲਿਬੜਨਾ ਨਹੀਂ, ਚੀਜ਼ਾਂ ਅੰਦਰ ਨਹੀਂ ਜਾਂਦੀਆਂ। ਜਿਵੇਂ ਜਹਾਜ਼ ਦੇ ਥੱਲੇ ਵਾਲੇ ਹਿੱਸੇ ਨੂੰ ਜਿਹੜਾ ਲਗਾਤਾਰ ਕਈ ਸਾਲ ਪਾਣੀ ਵਿੱਚ ਰਹਿੰਦਾ ਹੈ, ਪਾਣੀ ਉਹਨੂੰ ਗਾਲਦਾ ਕਿਉਂ ਨਹੀਂ? ਕਿਉਂਕਿ ਉਹਦੇ ਉੱਤੇ ਬਹੁਤ ਵਧੀਆ ਜਿਹੜੀ ਪਾਲਿਸ਼ ਕੀਤੀ ਹੁੰਦੀ ਹੈ, ਤਾਂ ਉਹਨੂੰ ਜੰਗਾਲ ਨਹੀਂ ਲੱਗਦਾ। ਪਾਣੀ ਦੇ ਵਿੱਚ ਰਹਿੰਦਾ ਜਹਾਜ਼, ਪਰ ਪਾਣੀ ਉਹਨੂੰ ਗਾਲਦਾ ਕਿਉਂ ਨਹੀਂ? ਕਿਉਂਕਿ ਪਾਣੀ ਉਹਨੂੰ ਛੂੰਹਦਾ ਹੀ ਨਹੀਂ, ਵਿਚਕਾਰ ਪਾਲਿਸ਼ ਆ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਉਂ-ਜਿਉਂ ਜਪਜੀ ਸਾਹਿਬ ਪੜ੍ਹਦਾ ਹੈ, ਧਿਆਨ ਨਾਲ ਆਪਣੇ ਮਨ ਦੇ ਦਰਵਾਜ਼ੇ ਨੂੰ ਖੋਲ੍ਹ ਦਿੰਦਾ, ਤੇ ਜਪਜੀ ਸਾਹਿਬ ਗੁਰੂ ਕਾ ਸ਼ਬਦ, ਮੂਲ ਮੰਤਰ, ਗੁਰ ਮੰਤਰ, ਉਹਦੇ ਮਨ ਨੂੰ ਰੰਗ ਰੋਗਨ ਕਰਨ ਲੱਗ ਪੈਂਦਾ। ਇੱਥੇ ਵੀ ਰੰਗ ਹੀ ਕਰਾਉਣਾ। ਹਾਂ, ਇਹ ਗੱਲ ਪੱਕੀ, ਇਸ ਥਾਂ ਤੇ ਸਿੱਧਾ ਰੰਗ ਨਹੀਂ ਜੇ ਚੜ੍ਹਦਾ, ਪਹਿਲਾਂ ਰੰਗ ਲੈਂਦਾ ਦੁਨੀਆ ਦਾ, ਸਿੱਧਾ ਨਹੀਂ ਚੜ੍ਹਦਾ। ਬੜੇ ਰੰਗ ਚੜ੍ਹੇ ਨੇ ਅਸੀਂ ਬਾਹਰੋਂ,
ਇੱਥੇ ਉਬਾਲਿਆ ਜਾਏਗਾ ਬੰਦੇ ਨੂੰ ਧਿਆਨ ਦੇਣਾ। ਮਨ ਦੇ ਵਿੱਚੋਂ ਪੁਰਾਣੇ ਰੰਗ ਨਿਕਲਣਗੇ। ਤੁਸੀਂ ਵੇਖਿਆ ਹੋਣਾ ਨਾ ਕਿਸੇ ਗੱਡੀ ਨੂੰ ਜਿੱਥੇ ਰੰਗ ਕਰਦੇ ਨੇ, ਜਦੋਂ ਰੰਗ ਹੋਇਆ ਉਦੋਂ ਬੜਾ ਸੋਹਣਾ ਲੱਗਦਾ ਹੈ, ਪਰ ਜਿੱਥੇ ਉਹ ਪੇਂਟ ਕਰਦੇ ਨੇ, ਰੰਗ ਕਰਦੇ ਨੇ, ਤੁਸੀਂ ਜਾ ਕੇ ਵੇਖਣਾ ਵੀ ਰੇਗ ਮਾਰ ਲੈ ਕੇ ਨਾ ਰਗੜ ਰਗੜ ਕੇ ਪਹਿਲਾਂ ਪੁਰਾਣਾ ਰੰਗ ਲਾਉਂਦੇ ਨੇ ਤੇ ਉਹ ਬੜੀ ਭੈੜੀ ਲੱਗਦੀ ਗੱਡੀ। ਪਹਿਲਾ ਰੰਗ ਲਾ ਕੇ ਤਾਂ ਦੂਜਾ ਚੜ੍ਹੇਗਾ। ਇਸੇ ਤਰ੍ਹਾਂ ਗੁਰਮਤਿ ਦਾ ਸੰਪੂਰਨ ਗੁਰਦੁਆਰੇ ਦਾ ਕਨਸੈਪਟ ਕੀ ਸੀ, ਅਸੀਂ ਸਮਝਿਆ ਕੀ ਹੈ, ਅਸੀਂ ਕੰਮ ਕੀ ਕਰ ਰਹੇ ਹਾਂ, ਇੱਥੋਂ ਦੀ ਸਟੱਡੀ ਕੀ ਸੀ। ਰੰਗ ਲੈਣਾ ਤੇ ਰੰਗ ਕਰਨਾ, ਦੋ ਹੀ ਤੇ ਕੰਮ ਨੇ। ਇੱਥੇ ਰੰਗ ਤਾਂ ਚੜ੍ਹੇਗਾ ਜੇ ਸਾਡੇ ਅੰਦਰ ਦੂਜੇ ਰੰਗ ਚੜ੍ਹੇ ਹੋਏ ਨੇ ਤੇ ਉੱਪਰ ਇਹ ਰੰਗ ਨਹੀਂ ਚੜ੍ਹੇਗਾ। ਪਹਿਲਾਂ ਗੁਰੂ ਉਹ ਰੰਗ ਲਾਏਗਾ। ਇਸ ਕਰਕੇ ਧਰਮ ਦਾ ਪਹਿਲਾ ਹਿੱਸਾ ਬਹੁਤ ਫਿੱਕਾ ਹੈ, ਬਹੁਤ ਕਠਿਨ ਹੈ। ਉੱਥੇ ਮਨ ਨਹੀਂ ਟਿਕੇਗਾ, ਥੱਕ ਜਾਏਗਾ ਜੀਵਨ, ਕਿਉਂਕਿ ਪੁਰਾਣਾ ਕੰਮ, ਪੁਰਾਣਾ ਰੰਗ ਲੈਣਾ ਸਾਰਾ। ਪੁਰਾਣੇ ਰੰਗ ਨੂੰ ਲਾਇਆ ਜਾਏਗਾ ਤੇ ਗੁਰੂ ਸਾਹਿਬ ਬਾਣੀ ਵਿੱਚ ਉਹਦਾ ਜ਼ਿਕਰ ਕਰਦੇ ਨੇ। ਹਜ਼ੂਰ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਰੰਗ ਤੇ ਹੁਣ ਵੀ ਚੜਿਆ ਹੋਇਆ ਮਨ ਨੂੰ, ਪਰ ਹੁਣ ਚੜਿਆ ਹੋਇਆ ਝੂਠ ਦਾ। ਹੁਣ ਰੰਗ ਚੜਿਆ ਹੋਇਆ ਸਿਰਫ ਪਦਾਰਥ ਦੀ ਖਿੱਚ। ਸੋਹਣਾ ਬਹੁਤ ਲੱਗਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਰੰਗਾਂ ਦਾ ਜ਼ਿਕਰ ਆਇਆ। ਜਦੋਂ ਬਾਣੀ ਪੜ੍ਹਾਂਗੇ ਤੇ ਸੁਣਾਂਗੇ, ਜਾਂ ਸੁਣ ਲਈਏ ਜਾਂ ਪੜ੍ਹ ਲਈਏ ਤਾਂ ਸਿੱਖ ਹਾਂ। ਘੱਟੋ ਘੱਟ ਗੁਰਦੁਆਰੇ ਵਿੱਚ ਆ ਕੇ ਕੰਨ ਦੀ ਵਰਤੋਂ ਕਰੀਏ, ਕਿਉਂਕਿ ਅਸੀਂ ਕੰਨ ਦੀ ਵਰਤੋਂ ਨਹੀਂ ਕਰਦੇ। ਸਰੀਰ ਆ ਗਿਆ, ਮੱਥਾ ਟੇਕ ਲਿਆ, ਪਰਿਕਰਮਾ ਕਰ ਲਈ, ਪ੍ਰਸ਼ਾਦ ਛਕ ਲਿਆ। ਜਿਹੜੀ ਚੀਜ਼ ਨੇ ਇੱਥੇ ਕਨੈਕਸ਼ਨ ਕਰਨਾ ਸੀ ਨਾ, ਉਹ ਹੈ ਕੰਨ। ਕੰਨ ਦਾ ਅਰਥ ਹੈ ਧਿਆਨ। ਉਹ ਕਿਤੇ ਬਾਹਰ ਫਿਰਦਾ, ਕੰਨ ਵੀ ਤੁਰ ਲੈਂਦੇ ਨੇ। ਤੁਸੀਂ ਕਹੋਗੇ ਕੰਨ ਤੁਰਦੇ ਨੇ, ਬਾਣੀ ਪੜ੍ਹ ਕੇ ਵੇਖੋ। ਗੁਰੂ ਅਮਰਦਾਸ ਕਹਿੰਦੇ ਜਿੰਨਾ ਕੰਨ ਤੁਰਦੇ ਨੇ ਨਾ, ਉਹਨਾਂ ਹੋਰ ਕੁਝ ਨਹੀਂ ਤੁਰਦਾ। ਇਹ ਸਰਵਣੋ ਮੇਰਿਓ ਸਾਚਾ ਸੁਣਨਾ ਨੂੰ ਪਠਾਏ। ਪਠਾਏ ਦਾ ਅਰਥ ਹੈ ਤੁਰੋ। ਗੁਰੂ ਕਾ ਸ਼ਬਦ ਸੁਣਨ ਵਾਸਤੇ ਤੁਰ ਕੇ ਇੱਥੇ ਆਓ। ਸਰੀਰ ਤਾਂ ਆ ਗਿਆ, ਕੰਨ ਨਹੀਂ ਆਏ, ਕੰਨ ਬਾਹਰ ਤੁਰੇ ਫਿਰਦੇ। ਉਹ ਹੋਰ ਲੱਭਦੇ ਫਿਰਦੇ ਨੇ, ਵਿੱਚੋਂ ਖਿਆਲ ਉੱਠਦੇ ਨੇ, ਵਿਚਾਰ ਉੱਠਦੇ ਨੇ। ਕਦੀ ਮਨ ਕਹਿੰਦਾ ਉੱਠੀਏ, ਜਾਈਏ, ਚੱਲੀਏ, ਕਦੀ ਇੱਕ ਦੂਜੇ ਨਾਲ ਸਲਾਹ ਕਰਨੇ। ਉਹ ਕੌਣ ਹੈ? ਕਲਯੁਗ ਅੰਦਰੋਂ ਵਰਤ ਰਿਹਾ। ਕੰਨ ਤੁਰੀ ਜਾਂਦੇ ਨੇ ਲਗਾਤਾਰ। ਬੜੇ ਘੱਟ ਲੋਕ ਨੇ ਜਿਨ੍ਹਾਂ ਦੇ ਕੰਨ ਰੁਕ ਗਏ, ਗੁਰੂ ਕੇ ਸ਼ਬਦ ਦੇ ਉੱਤੇ ਖੁੱਲ ਗਏ ਕੰਨ। ਨਹੀਂ ਤੇ ਅਸੀਂ ਅੱਗੇ ਵੱਡੇ ਵੱਡੇ ਉਹਨਾਂ ਦੇ ਅੱਗੇ ਦਰਵਾਜ਼ੇ ਲਾ ਕੇ ਬੈਠੇ ਹਾਂ ਵੀ ਕੰਨਾਂ ਦੇ ਵਿੱਚ ਸੱਚ ਨਾ ਪੈ ਜਾਏ, ਝੂਠ ਜਿੰਨਾ ਮਰਜ਼ੀ ਪੈ ਜਾਏ। ਕੰਨ ਨਹੀਂ ਖੋਲਦੇ ਅਸੀਂ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕੰਨ ਦੀ ਵਰਤੋਂ ਕਰ। ਇੱਥੇ ਆ ਕੇ ਗੁਰਦੁਆਰੇ ਤੂੰ ਤਾਂ ਆਇਆ ਜੇ ਤੇਰੇ ਕੋਲ ਕੰਨ ਹੈ। ਜੇ ਕੰਨ ਨਹੀਂ ਤੇ ਤੂੰ ਇੱਥੇ ਆਏ ਨਹੀਂ। ਸਮਝ ਇਸ ਚੀਜ਼। ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਰੰਗ ਦੁਨੀਆ ਦਾ ਹੈ ਮਹਾਰਾਜ, ਫਿਰ ਉਹ ਚਾਹੀਦਾ ਨਹੀਂ। ਸੰਸਾਰ ਦੇ ਵਿੱਚ ਕੀ ਸੰਸਾਰ ਦਾ ਰੰਗ ਨਹੀਂ ਚੜ੍ਹਨਾ ਚਾਹੀਦਾ। ਹਜ਼ੂਰ ਨੇ ਕਿਹਾ ਲੋੜ ਵਾਸਤੇ ਇੱਥੇ ਧਿਆਨ ਦੇਣਾ। ਕਠਿਨ ਨਹੀਂ ਧਰਮ, ਔਖਾ ਨਹੀਂ। ਕੁਝ ਨਹੀਂ ਛਡਾਇਆ ਜਾਂਦਾ ਇੱਥੇ, ਬੰਦ ਨਹੀਂ ਕੀਤਾ ਜਾਂਦਾ ਕੁਝ ਵੀ। ਸੰਜਮ ਸਿਰਫ ਕਿਹਾ ਹੈ। ਸੰਜਮ ਦੇ ਅਰਥ ਨੇ ਕਿ ਜਿੰਨੀ ਤੇਰੀ ਜ਼ਰੂਰਤ ਹੈ, ਲੋੜ ਅਨੁਸਾਰ ਤੂੰ ਹਰ ਇੱਕ ਚੀਜ਼ ਦੀ ਵਰਤੋਂ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਿਤੇ ਨਹੀਂ ਛਡਾਉਂਦੇ ਕੁਝ। ਬਸ ਇਹ ਕਹਿੰਦੇ ਵੀ ਤੇਰੀ ਡੋਜ਼ ਜਿਹੜੀ ਆਊਟ ਚਲੀ ਗਈ, ਬਾਹਰ ਲੈਣ ਲੱਗ, ਲੋੜ ਤੋਂ ਬਿਨਾਂ। ਇਹ ਤੇ ਫਰਕ ਹੈ ਸੰਸਾਰ ਦੇ। ਸਿੱਖ ਵੀ ਸੰਸਾਰੀ ਹੈ, ਧਰਮੀ ਵੀ ਸੰਸਾਰੀ ਹੈ। ਗੁਰੂ ਸਾਹਿਬ ਨੇ ਸੰਸਾਰ ਛਡਾਇਆ ਨਹੀਂ, ਪਰ ਫਰਕ ਸਿਰਫ ਇੰਨਾ ਹੈ, ਇੱਕ ਬੰਦਾ ਨਦੀ ਤੇ ਗਿਆ, ਉਹਨੇ ਵਿੱਚ ਛਾਲ ਮਾਰ ਦਿੱਤੀ, ਡੁੱਬ ਗਿਆ, ਪਾਣੀ ਪੀਂਦਾ ਪੀਂਦਾ ਵਿੱਚ ਹੀ ਡੁੱਬ ਗਿਆ, ਮਰ ਗਿਆ। ਇੱਕ ਗਿਆ, ਉਹਨੇ ਜਾਚ ਸਿੱਖੀ ਸੀ, ਉਹ ਕਿਨਾਰੇ ਤੇ ਬੈਠਾ, ਜਿੰਨੀ ਲੋੜ ਹੈ ਬੁੱਕ ਭਰ ਕੇ ਪੀ ਲੈਂਦਾ, ਪਰ ਡੁੱਬਣ ਤੋਂ ਬਚ ਗਿਆ। ਇਹ ਨਹੀਂ ਵੀ ਸਿੱਖ ਪਦਾਰਥ ਦੀ ਵਰਤੋਂ ਨਹੀਂ ਕਰਦਾ, ਵਰਤੋਂ ਤੇ ਕਰਦਾ ਹੈ, ਸਰੀਰ ਦੇ ਸਾਰੇ ਰਸ ਵੀ ਲੈਂਦਾ, ਪਰ ਉਹ ਬੁੱਕ ਨਾਲ ਉਹਨਾਂ ਕੁ ਭਰਦਾ ਜਿੰਨੀ ਉਹਦੀ ਜ਼ਿੰਦਗੀ ਦੀ ਲੋੜ ਹੈ। ਉਹਦੇ ਵਿੱਚ ਡੁੱਬਦਾ ਨਹੀਂ, ਸੰਸਾਰ ਹੀ ਡੁੱਬ ਗਿਆ। ਦੋਵਾਂ ਵਿੱਚ ਹੀ ਫਰਕ ਹੈ, ਹੋਰ ਕੋਈ ਫਰਕ ਨਹੀਂ। ਰਹਿੰਦੇ ਦੋਵੇਂ ਪਦਾਰਥ ਵਿੱਚ ਹੀ ਨੇ, ਇੱਕੋ ਥਾਂ ਤੇ ਰਹਿੰਦੇ। ਉਹਨੇ ਛਾਲ ਮਾਰ ਦਿੱਤੀ ਵਿੱਚ, ਤੇ ਗੁਰੂ ਕਾ ਸ਼ਬਦ ਬੇੜੀ ਏ। ਉਹ ਕਹਿੰਦੇ ਵੀ ਵਿੱਚ ਵੜਨਾ ਵੀ ਹੈ, ਭਾਵੇਂ ਤੂੰ ਸਾਰਾ ਡੁੱਬ ਜਾਏ ਪਰ ਸਿਰ ਨਾ ਡੁੱਬਣ ਦੇ। ਮੈਂ ਕਈ ਵਾਰੀ ਬੇਨਤੀ ਕੀਤੀ ਵੀ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਕਿਹਾ ਜਦੋਂ ਅੰਮ੍ਰਿਤ ਛਕਾਉਣਾ ਸੀ, ਕਹਿੰਦੇ ਬਈ ਸਿਰ ਦਿਓ ਮੈਨੂੰ। ਭਾਈ ਦਇਆ ਸਿੰਘ ਜੀ ਸਾਰੇ ਗੁਰੂ ਕੇ ਪਿਆਰੇ ਉੱਠੇ,
5 ਸਿਰ। ਤੇ ਭਾਈ ਦਇਆ ਸਿੰਘ ਜੀ ਬਾਅਦ ਵਿੱਚ ਪੁੱਛਦੇ, ਮਹਾਰਾਜ ਇਕੱਲੇ ਸਿਰਾਂ ਦੇ ਕੀ ਕਰਨਾ, ਸਾਰੇ ਆ ਗਏ ਜਦੋਂ ਅਸੀਂ ਸਮੇਤ ਪੈਰਾਂ ਹੱਥਾਂ ਆਏ ਸੀ, ਤੇ ਫਿਰ ਤੁਸੀਂ ਕਿਹਾ ਇਕੱਲੇ ਸਿਰ ਦਿਓ। ਆਏ ਤਾਂ ਸਾਰੇ ਸੀ ਨਾ। ਜਦੋਂ ਭਾਈ ਦਇਆ ਸਿੰਘ ਜੀ ਉੱਠੇ, ਪੈਰਾਂ ਸਮੇਤ ਹੱਥਾਂ ਸਮੇਤ ਸਾਰੀ ਬੋਡੀ ਸੀ, ਸਰੀਰ ਸਾਰਾ ਸੀ। ਪਰ ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ, ਸਿਰ ਚਾਹੀਦਾ ਇਕੱਲਾ। ਬਾਅਦ ਵਿੱਚ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਜਦੋਂ ਖਾਲਸੇ ਦੀ ਸਾਜਣਾ ਹੋ ਗਈ, ਸਭ ਕੁਝ ਹੋ ਗਿਆ, ਬੈਠਿਆਂ ਵਿਚਾਰ ਚੱਲੀ, ਤੇ ਭਾਈ ਸਾਹਿਬ ਜੀ ਕਹਿੰਦੇ, ਮਹਾਰਾਜ ਸਿਰ ਕਿਉਂ ਮੰਗੇ ਤੁਸੀਂ ਇਕੱਲੇ? ਹਜ਼ੂਰ ਕਹਿੰਦੇ ਵੀ ਭਾਈ ਦਇਆ ਸਿੰਘ ਜੀ, ਬੰਦਾ ਜਦੋਂ ਨਦੀ ਵਿੱਚ ਨਹਾਉਂਦਾ ਹੈ ਨਾ, ਪਾਣੀ ਵਿੱਚ, ਉਹਦਾ ਸਾਰਾ ਸਰੀਰ ਡੁੱਬ ਜਾਏ ਤੇ ਬੰਦਾ ਮਰਦਾ ਨਹੀਂ। ਕਦੋਂ ਮਰਦਾ? ਜਦੋਂ ਉਹਦਾ ਸਿਰ ਡੁੱਬ ਜਾਏ। ਜਦੋਂ ਸਿਰ ਡੁੱਬ ਗਿਆ ਸਮਝੋ ਉਹਦੀ ਮੌਤ ਹੈ। ਹਜ਼ੂਰ ਨੇ ਕਿਹਾ, ਮੈਂ ਤੁਹਾਡੇ ਸਿਰ ਤਾਂ ਮੰਗੇ ਨੇ, ਸਿਰ ਦੇ ਵਿੱਚ ਮੱਤ ਹੈ। ਜਦੋਂ ਬੰਦੇ ਦੀ ਮੱਤ ਸੰਸਾਰ ਵਿੱਚ ਡੁੱਬ ਗਈ, ਸਮਝੋ ਅੰਦਰੋਂ ਮਰ ਗਿਆ ਉਹ। ਮੱਤ ਬਚ ਗਈ, ਸਿਰ ਬਚ ਗਿਆ, ਡੁੱਬੇਗਾ ਨਹੀਂ। ਸਾਰਾ ਸਰੀਰ ਡੁੱਬ ਜਾਏ ਸੰਸਾਰ ਵਿੱਚ, ਆਦਮੀ ਡੁੱਬਦਾ ਨਹੀਂ। ਪਰ ਜਦੋਂ ਮੱਤ ਡੁੱਬ ਗਈ ਉਹਦੇ ਵਿੱਚ, ਸਮਝੋ ਇਹਦੀ ਮੱਤ ਭ੍ਰਿਸ਼ਟ ਹੋ ਗਈ, ਸੰਸਾਰ ਵਿੱਚ ਡੁੱਬ ਗਿਆ ਜੀਵਨ। ਅਸੀਂ ਭੁਲੇਖੇ ਵਿੱਚ ਪੈ ਗਏ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੁਨੀਆ ਛਡਾਉਣਗੇ। ਅਸੀਂ ਕਹਿਣ ਵਾਲਿਆਂ ਨੇ ਵੀ ਸਿੱਖ ਧਰਮ ਨੂੰ ਬਹੁਤ ਔਖਾ ਕਰ ਦਿੱਤਾ, ਬਹੁਤ ਜ਼ਿਆਦਾ ਕਠਿਨ ਕਰ ਦਿੱਤਾ ਬੜਾ। ਪਰ ਇੰਨਾ ਕਠਿਨ ਨਹੀਂ ਸੀ। ਸਤਿਗੁਰੂ ਨੇ ਸਧਾਰਨ ਆਮ ਆਦਮੀ ਵਾਸਤੇ ਇਹ ਧਰਮ ਬਣਾਇਆ ਸੀ ਵੀ ਤੂੰ ਰਹਿ ਸੰਸਾਰ ਵਿੱਚ, ਪਰ ਸਿਰ ਬਚਾ ਕੇ ਰੱਖੀ। ਉੱਡਣ ਦੀ ਜਾਚ ਸਿੱਖ ਲੈ। ਮੁਰਗਾਬੀ ਦਾ ਉਦਾਹਰਣ ਵੀ ਤਾਂ ਗੁਰੂ ਸਾਹਿਬ ਨੇ ਦਿੱਤਾ। ਮੁਰਗਾਬੀ ਜਿਹੜੀ ਹੈ, ਪਾਣੀ ਵਿੱਚ ਜਦੋਂ ਤਰਦੀ ਏ, ਉਹਦਾ ਸਿਰ ਬਾਹਰ ਹੁੰਦਾ, ਬਾਹਰ ਰਹਿੰਦਾ ਸਿਰ, ਬਾਹਰ ਸਿਰ ਲੈ ਕੇ ਤੁਰਦੀ। ਫਿਰ ਉਹਦੇ ਵਿੱਚ ਇੱਕ ਦੂਜਾ ਗੁਣ ਜਿਹੜਾ ਮੈਂ ਹੁਣੇ ਜ਼ਿਕਰ ਕਰ ਰਿਹਾ ਸੀ, ਉਹਦੇ ਖੰਭਾਂ ਦੇ ਵਿੱਚ ਇੱਕ ਥਿੰਦਾਈ ਹੁੰਦੀ, ਥਿੰਦਾ। ਜਦੋਂ ਪਾਣੀ ਦੇ ਵਿੱਚ ਡੁੱਬ ਵੀ ਜਾਏ ਨਾ, ਟੁੱਬੀ ਵੀ ਮਾਰਦੀ। ਕਈ ਵਾਰੀ ਡੂੰਘੇ ਥਾਂ ਤੋਂ ਮੱਛੀ ਫੜਨ ਵਾਸਤੇ ਜਾਂ ਆਪਣਾ ਪਦਾਰਥ ਚੁਗਣ ਲਈ ਮੁਰਗਾਬੀ ਟੁੱਬੀ ਮਾਰ ਜਾਂਦੀ, 1-1 2-2 ਮਿੰਟ ਵਿੱਚੇ ਰਹਿੰਦੀ ਪਾਣੀ ਦੇ। ਜਦੋਂ ਉਹਦੇ ਵਿੱਚ ਪਾਣੀ ਦੇ ਟੁੱਬੀ ਮਾਰਦੀ ਏ ਤੇ ਫਿਰ ਬਾਹਰ ਨਿਕਲ ਆਉਂਦੀ ਆਪਣਾ ਭੋਜਨ ਲੈ ਕੇ, ਸਰੀਰ ਦੀ ਖੁਰਾਕ ਲੈ ਕੇ। ਪਰ ਜਦੋਂ ਬਾਹਰ ਨਿਕਲਦੀ, ਉੱਡਣਾ ਚਾਹੇ, ਪਾਣੀ ਦੇ ਵਿੱਚੋਂ ਉੱਡ ਗਈ, ਉਹਦੇ ਖੰਭਾਂ ਨੂੰ ਪਾਣੀ ਭਿਉਂਦਾ ਨਹੀਂ। ਇਹਨੂੰ ਕਹਿੰਦੇ ਨੇ, ਇਹਦੇ ਖੰਭ ਜਿਹੜੇ ਨੇ ਪਾਣੀ ਨਾਲ ਟੱਚ ਨਹੀਂ ਹੋਏ, ਛੋਏ ਨਹੀਂ, ਭਿੱਜੇ ਨਹੀਂ, ਜਿਵੇਂ ਕੱਪੜਾ ਭਿੱਜ ਜਾਂਦਾ ਹੈ। ਕਿਉਂ ਨਹੀਂ ਭਿੱਜੇ? ਉਹਦੇ ਖੰਭਾਂ ਦੇ ਵਿੱਚ ਤਿਲਕਣਾਪਣ ਹੈ, ਪਾਣੀ ਉਹਦੇ ਤੋਂ ਤਿਲਕ ਕੇ ਥੱਲੇ ਡਿੱਗ ਪਿਆ। ਸਤਿਗੁਰੂ ਨੇ ਕਿਹਾ ਵੀ ਤੂੰ ਸੰਸਾਰ ਵਿੱਚ ਚੱਲਣਾ ਹੈ, ਕਿਉਂਕਿ ਆਪਣਾ ਜਨਮ ਹੀ ਸੰਸਾਰ ਵਿੱਚ ਹੋਇਆ ਹੈ। ਸਰੀਰ ਵੀ ਮਾਇਆ ਹੈ, ਮਾਇਆ ਦੇ ਵਿੱਚ ਹੀ ਰਹਿਣਾ ਹੈ, 5 ਵਿਕਾਰਾਂ ਦੇ ਵਿੱਚ ਵਸਣਾ ਹੈ। ਕਹਿੰਦੇ ਤੂੰ ਗੁਰੂ ਕੇ ਸ਼ਬਦ ਦੇ ਨਾਲ ਸਾਂਝ ਪਾ, ਅੰਮ੍ਰਿਤ ਵੇਲੇ ਬਾਣੀ ਪੜ੍ਹਿਆ ਕਰ। ਇਹਦਾ ਕੀ ਫਾਇਦਾ ਜੀ ਪੜ੍ਹਨ ਦਾ? ਕਿਉਂਕਿ ਇਹ ਗੱਲ ਸੱਚ ਹੈ, ਜਿਹੜੇ ਕੰਮ ਦਾ ਪਤਾ ਨਾ ਲੱਗੇ ਲਾਭ ਕੀ ਹੈ। ਤੇ ਹਜੂਰ ਨੇ ਕਿਹਾ ਇਹਦਾ ਫਾਇਦਾ ਹੈ, ਇਹ ਬਾਣੀ ਜਿਹੜੀ ਤੇਰੀ ਸਿਕਿਉਰਿਟੀ ਕਰੇਗੀ, ਤੇਰੇ ਗੁਣਾਂ ਨੂੰ ਬਚਾਏਗੀ, ਗਲਨ ਤੋਂ ਬਚਾ ਕੇ ਰੱਖੇਗੀ। ਬਾਣੀ ਤਾਂ ਹੈ। ਅੱਜ ਦੇ ਬੰਦੇ ਦਾ ਇਹ ਸਵਾਲ ਹੈ ਵੀ ਪਾਠ ਕਿਉਂ ਕਰਨਾ, ਬਾਣੀ ਕਿਉਂ ਪੜ੍ਹਨੀ ਹੈ? ਨਾਲੇ ਆਪਾਂ ਵੀ ਉਸ ਲਾਈਨ ਤੇ ਤੁਰ ਪਏ ਹਾਂ ਜਿਹੜੀ ਖੱਡ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ ਕੱਢਿਆ ਸੀ ਨਾ। ਵੀ ਮੰਦਰਾਂ ਵਿੱਚ ਗਏ, ਵੀ ਲੋਕ ਤੁਰੇ ਆਉਂਦੇ ਨੇ, ਵੇਦ ਪੜ੍ਹਨ ਵਾਲਾ ਵੇਦ ਪੜ੍ਹਦਾ ਹੈ, ਉੱਥੇ ਆਉਣ ਵਾਲਿਆਂ ਨੂੰ ਕੋਈ ਪਤਾ ਨਹੀਂ ਵੇਦਾਂ ਵਿੱਚ ਕੀ ਲਿਖਿਆ। ਨਾ ਉਹ ਆਪ ਗਿਆਨ ਕਮਾਉਂਦੇ ਨੇ, ਨਾਮ ਜਪਦੇ ਨੇ, ਉਹਨਾਂ ਪੰਡਤ ਰੱਖੇ ਹੋਏ। ਅਸੀਂ ਵੀ ਰੱਖੇ ਨੇ, ਅਸੀਂ ਵੀ ਕਿਹਾ ਤੁਸੀਂ ਕਰੋ, ਅਸੀਂ ਕੁਝ ਨਹੀਂ ਕਰਨਾ, ਸਾਨੂੰ ਕੀ ਲੋੜ ਹੈ, ਪੈਸੇ ਲਓ ਕਰੋ। ਹਜੂਰ ਨੇ ਕਿਹਾ ਰੋਟੀ ਤੂੰ ਖਾਣੀ, ਹਾਂ ਵਰਤਾਉਣ ਵਾਲਾ ਤੇਰੀ ਸਹਾਇਤਾ ਕਰ ਸਕਦਾ, ਤੇਰਾ ਸਹਾਰਾ ਬਣ ਸਕਦਾ ਉਹ ਪਕਾ ਕੇ। ਇਹ ਜਿਹੜਾ ਸਿਸਟਮ ਸੀ ਨਾ, ਨਾਲ ਸਿਖਾਉਣ ਵਾਲਾ, ਸਮਝਾਉਣ ਵਾਲਾ, ਪੜ੍ਹਨ ਵਾਲਾ, ਪਾਠ ਕਰਨ ਵਾਲੇ ਸੱਜਣ ਗੁਰਮੁਖ, ਇਹ ਤਾਂ ਸਾਨੂੰ ਵੀ ਥੋੜ੍ਹਾ ਜਿਹਾ 10 ਦਿਨ ਇੱਦਾਂ ਕਰੀਦਾ, ਇਸ ਤਰ੍ਹਾਂ ਕਰੀਦਾ। ਪਰ ਅਸੀਂ ਉਹ ਹੀ ਬ੍ਰਾਹਮਣਵਾਦ ਇਕੱਠਾ ਕਰ ਲਿਆ, ਤੁਸੀਂ ਪੜ੍ਹੋ ਜੀ, ਸਾਨੂੰ ਕੋਈ ਨਹੀਂ ਲੋੜ ਬਾਣੀ ਪੜ੍ਹਨ ਦੀ। ਅੱਜ ਤੋਂ 100 ਸਾਲ ਪਹਿਲਾਂ ਇੱਕ ਮਨੌਤ ਸੀ ਵੀ ਜਿਸ ਬੰਦੇ ਨੂੰ ਜਪਜੀ ਸਾਹਿਬ ਜ਼ੁਬਾਨੀ ਯਾਦ ਨਹੀਂ, ਉਹਨੂੰ ਸਿੱਖ ਨਹੀਂ ਸਨ ਮੰਨਦੇ ਹੁੰਦੇ। ਇਹ ਰਵਾਇਤ ਸੀ। ਅਸੀਂ ਅੱਜ ਕਹਿੰਦੇ ਹਾਂ ਉਹ ਤੇ ਅਨਪੜ੍ਹਾਂ ਦਾ ਜ਼ਮਾਨਾ ਸੀ ਜੀ। ਜਿੰਨੇ ਅੱਜ ਅਨਪੜ੍ਹ ਨੇ ਪਹਿਲਾਂ ਕਦੀ ਨਹੀਂ ਹੋਏ, ਕਿਉਂਕਿ ਸਾਰੀ ਦੁਨੀਆ ਪੜ੍ਹ ਲਈ, ਆਪਣੇ ਆਪ ਨੂੰ ਪੜ੍ਹੇ ਹੀ ਨਹੀਂ।
ਸਾਰੀ ਦੁਨੀਆ ਨੂੰ ਲੱਭ ਲਿਆ ਪਰ ਆਪਣਾ ਆਪ ਗਵਾਚ ਗਿਆ ਵਿੱਚੋਂ। ਗਏ ਅਸੀਂ ਬਿਲਕੁਲ, ਡੁੱਬ ਗਏ ਪਦਾਰਥ ਦੇ ਵਿੱਚ, ਬਸ ਪੈਸਾ ਹੀ ਸਭ ਕੁਝ। ਭਾਈ ਗੁਰਦਾਸ ਜੀ ਕਹਿੰਦੇ ਨੇ, ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਏ ਕਿ ਥਾਉ ਜਾਏ। ਬਸ ਧਨ ਜ਼ਰੂਰਤ ਤੇ ਜ਼ਿੰਦਗੀ ਦੀ ਰਹਿ ਗਈ, ਇਸ ਤੋਂ ਅੱਗੇ ਤੁਰਦੇ ਨਹੀਂ ਜੀਵਨ। ਸਤਿਗੁਰੂ ਨੇ ਕਿਹਾ, ਜਦੋਂ ਤੂੰ ਬਾਣੀ ਪੜ੍ਹੇਗਾ ਨਾ ਤੇ ਬਾਣੀ ਤੇਰੇ ਮਨ ਵਿੱਚ ਅੰਦਰ ਜਾਏਗੀ, ਉਹ ਤੇਰੇ ਮਨ ਦਾ ਸਵਰੂਪ ਤਬਦੀਲ ਕਰ ਦੇਗੀ। ਫਿਰ ਭਾਵੇਂ ਤੂੰ ਉਸ ਮਨ ਨੂੰ ਦੁਨੀਆ ਦੇ ਵਿੱਚ ਸਿੱਟ ਦੇਈਂ, ਦੁਨੀਆ ਉਹਦੇ ਉੱਤੇ ਅਸਰ ਨਹੀਂ ਕਰੇਗੀ। ਜੇ ਅੰਦਰ ਤੇਰੇ ਅਸਰ ਚਲਾ ਗਿਆ ਤਾਂ, ਜਿਵੇਂ ਕੋਈ ਰੋਗ ਲੱਗਦਾ ਹੈ ਤਾਂ ਉਹਦੇ ਟੀਕੇ ਜਿਹੜੇ ਜਨਮ ਸਮੇਂ ਹੀ ਬੱਚੇ ਨੂੰ ਲਾ ਦਿੱਤੇ ਜਾਂਦੇ। ਕੁਝ ਟੀਕੇ ਇਸ ਤਰ੍ਹਾਂ ਦੇ ਨੇ, ਇੰਜੈਕਸ਼ਨ ਨੇ, ਕੁਝ ਦਵਾਈਆਂ ਮਾਂ ਦੇ ਸਰੀਰ ਵਿੱਚ ਹੀ ਭੇਜ ਦਿੱਤੀਆਂ ਜਾਂਦੀਆਂ, ਕਿਉਂਕਿ ਜਨਮ ਲੈਂਦਿਆਂ ਸਾਰ ਬੱਚਾ ਰੋਗੀ ਹੁੰਦਾ ਹੈ। ਪਰ ਸਾਡੀ ਬਦਕਿਸਮਤੀ ਇਹ ਹੈ, ਅਸੀਂ ਸਰੀਰ ਦੀ ਦਵਾਈ ਤੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਾਂ। ਅਜੇ ਜਨਮ ਲਿਆ ਨਹੀਂ ਬੱਚੇ ਨੇ, ਅਜੇ 2-3 ਮਹੀਨੇ ਹੋਏ ਉਹਦੇ ਸਰੀਰ ਦੀ ਸ਼ੁਰੂਆਤ ਹੋਈ ਹੈ ਤੇ ਅਲਟਰਾਸਾਊਂਡ ਹੋ ਗਏ, ਪਤਾ ਲੱਗ ਗਿਆ ਸਰੀਰ ਕਿਵੇਂ ਚੱਲਦਾ ਹੈ। ਡਾਕਟਰ ਨੇ ਕਿਹਾ ਵਿਟਾਮਿਨ ਘੱਟ ਹੈ, ਇਹ ਬਾਹਰੋਂ ਦੇਣਾ ਪਏਗਾ। ਅਜੇ ਸਰੀਰ ਨੇ ਜਨਮ ਵੀ ਨਹੀਂ ਲਿਆ, ਸਰੀਰ ਦੀ ਸਾਂਭ ਸੰਭਾਲ ਪਹਿਲਾਂ ਹੀ ਸ਼ੁਰੂ ਹੋ ਗਈ, ਹੋਣੀ ਚਾਹੀਦੀ ਸੀ। ਪਰ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਤੇ ਮਾਸ ਹੱਡੀਆਂ ਦਾ ਸਰੀਰ ਹੈ, ਜਿੰਨੀ ਤੂੰ ਇਹਦੀ ਪਹਿਲਾਂ ਹਿਫਾਜ਼ਤ ਕਰ ਰਿਹਾ ਨਾ, ਤੇਰੀ ਉਸ ਪਾਸਿਓਂ ਅੱਖ ਬੰਦ ਹੈ, ਤੇਰੇ ਇਸ ਸਰੀਰ ਦੇ ਅੰਦਰ ਇੱਕ ਹੋਰ ਸਰੀਰ ਹੈ ਜੋ ਮਾਸ ਦਾ ਨਹੀਂ ਬਣਿਆ, ਜੋ 5 ਤੱਤਾਂ ਦਾ ਨਹੀਂ ਬਣਿਆ। ਉਹ ਤੇਰਾ ਸਰੀਰ ਹੈ ਨਾਮ ਦਾ ਬਣਿਆ ਹੋਇਆ ਹੈ। ਉਹਦੀ ਖੁਰਾਕ ਕਦੀ ਸ਼ੁਰੂ ਕੀਤੀ? ਪੁਰਾਣੇ ਲੋਕ ਕਿਉਂ ਸਨ ਇੰਨੇ ਮਹਾਨ? ਕਿਉਂਕਿ ਜਨਮ ਤੋਂ ਪਹਿਲਾਂ ਹੀ ਖੁਰਾਕ ਉਹਨਾਂ ਨੂੰ ਜਾਣ ਲੱਗ ਪੈਂਦੀ ਸੀ ਅੰਦਰਲੀ, ਕਿਉਂਕਿ ਮਾਂ ਦੁਆਰਾ ਜਾਂਦੀ ਹੈ ਨਾ। ਮਾਂ ਨੂੰ ਅਸੀਂ ਦਵਾਈ ਦਿਆਂਗੇ, ਬੱਚੇ ਨੂੰ ਜਾਏਗੀ ਸਰੀਰ ਨੂੰ, ਬਾਹਰੋਂ ਇਸੇ ਤਰ੍ਹਾਂ ਜਾਂਦੀ ਬੱਚੇ ਨੂੰ ਦਵਾਈ, ਖੁਰਾਕ ਜਾਏਗੀ। ਤੇ ਜੇ ਸਰੀਰ ਨੂੰ ਖੁਰਾਕ ਮਾਂ ਦੇ ਰਾਹੀਂ ਜਾਂਦੀ ਏ ਤੇ ਬੱਚੇ ਦੇ ਦਿਮਾਗ ਨੂੰ ਖੁਰਾਕ ਵੀ ਮਾਂ ਦੇ ਦਿਮਾਗ ਦੇ ਰਾਹੀਂ ਜਾਏਗੀ, ਉੱਥੋਂ ਸਪਲਾਈ ਹੁੰਦੀ ਏ। ਮਾਂ ਬਾਹਰੋਂ ਜੋ ਕੁਝ ਵੇਖ ਰਹੀ ਏ, ਉਹ ਤਸਵੀਰਾਂ ਉਹਦੇ ਮਨ ਦੇ ਰਾਹੀਂ ਸਿੱਧੀਆਂ ਡਾਇਰੈਕਟ ਬੱਚੇ ਦੇ ਦਿਮਾਗ ਵਿੱਚ ਜਾ ਰਹੀਆਂ। ਜੋ ਬਾਹਰੋਂ ਸੁਣ ਰਹੀ ਏ, ਉਹ ਸ਼ਬਦ ਸਿੱਧੇ ਬੰਦੇ ਦੇ ਦਿਮਾਗ ਵਿੱਚ, ਬੱਚੇ ਦੇ ਦਿਮਾਗ ਵਿੱਚ ਜਾ ਰਹੇ ਨੇ। ਹਰ ਇੱਕ ਚੀਜ਼ ਅੰਦਰ ਜਾ ਰਹੀ ਹੈ ਸਿੱਧੀ। ਤੇ ਉਹ ਵਕਤ ਸੀ ਜਦੋਂ ਇਹ ਬਾਹਰਲੀਆਂ ਚੀਜ਼ਾਂ ਜਿਹੜੀਆਂ ਅੱਜ ਅਸੀਂ ਵੇਖ ਰਹੇ ਹਾਂ ਘਰਾਂ ਦੇ ਵਿੱਚ, ਜਿਵੇਂ ਦੇ ਦਰਸ਼ਨ ਅੱਜ ਹੋ ਰਹੇ ਨੇ, ਇਹ ਦਰਸ਼ਨ ਉਦੋਂ ਨਹੀਂ ਸਨ ਪਹਿਲਾਂ। ਜਿਵੇਂ ਦੀਆਂ ਆਵਾਜ਼ਾਂ ਬਾਹਰੋਂ ਅੱਜ ਸਾਡੇ ਕੰਨਾਂ ਵਿੱਚ ਪੈ ਰਹੀਆਂ ਨੇ, ਜਿਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਜਦੋਂ ਇੱਕ ਰਸਨਾ ਝੂਠ ਬੋਲਦੀ ਹੈ ਤੇ ਝੂਠ ਡਾਇਰੈਕਟ ਬੰਦੇ ਦੇ ਦਿਮਾਗ ਵਿੱਚ, ਬੱਚੇ ਦੇ ਅੰਦਰ ਜਾਂਦਾ। ਜਦੋਂ ਮਨ ਤ੍ਰਿਸ਼ਨਾਲੂ ਹੀ ਇੰਨਾ ਹੈ, ਉਹ ਤ੍ਰਿਸ਼ਨਾ ਬੱਚੇ ਵਿੱਚ ਉਤਰ ਜਾਂਦੀਆਂ। ਇਸੇ ਕਰਕੇ ਅੱਜ ਦਾ ਬੱਚਾ 5-4 ਸਾਲ ਦਾ ਵੱਡੇ ਵੱਡੇ ਸੁਪਨੇ ਵੇਖਣ ਲੱਗ ਪੈਂਦਾ। ਅੱਜ ਮਨੋਵਿਗਿਆਨਕ ਇਹਦੇ ਤੋਂ ਚਿੰਤਿਤ ਨੇ ਕਿ ਆਉਣ ਵਾਲੇ ਸਮੇਂ ਵਿੱਚ ਬਣੇਗਾ ਕੀ। ਜਿੰਨੀਆਂ ਮੰਗਾਂ ਬੰਦੇ ਦੀਆਂ 50 ਸਾਲ ਦੇ ਦੀਆਂ ਜਾ ਕੇ ਹੁੰਦੀਆਂ ਸਨ, ਉਹ 5 ਸਾਲ ਦੇ ਬੱਚੇ ਦੀਆਂ ਉਸ ਤੋਂ ਵੱਧ ਗਈਆਂ। ਉਹਦਾ ਕਾਰਨ ਹੈ ਉਹਦੇ ਅੰਦਰ ਤ੍ਰਿਸ਼ਨਾ ਇੰਨੀ ਭੇਜ ਦਿੱਤੀ ਗਈ। ਮਨ ਕਾ ਸੂਤਕ ਲੋਭ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਪੜ੍ਹੀਏ ਤੇ ਪਤਾ ਲੱਗੇ ਵੀ ਬਿਮਾਰੀਆਂ ਕਿਹੜੀਆਂ ਨੇ ਸਾਡੇ ਵਿੱਚ। ਅਸੀਂ ਬਾਹਰਲੀਆਂ ਬਿਮਾਰੀਆਂ ਦੀ ਸਿਕਿਉਰਿਟੀ ਕਰ ਲਈ, ਚੇਚਕ ਤੋਂ ਬਚਾਅ ਕਰ ਲਿਆ, ਪੋਲੀਓ ਤੋਂ ਬਚਾਅ ਕਰ ਲਿਆ, ਟੀਕੇ ਲਵਾ ਲਏ, ਪਰ ਜਿਹੜੇ ਰੋਗ ਅੰਦਰ ਜਾ ਰਹੇ ਸਨ, ਜਿਹੜੀਆਂ ਜੜ੍ਹਾਂ ਸਨ, ਉਹਨਾਂ ਦਾ ਕੋਈ ਖਿਆਲ ਨਹੀਂ। ਸਤਿਗੁਰੂ ਕਹਿੰਦੇ ਉਹ ਦਵਾਈ ਲੈ। ਮਨ ਕਾ ਸੂਤਕ ਲੋਭ ਹੈ। ਇੱਕ ਮਾਂ ਦਾ ਮਨ ਦਿਨ ਰਾਤ ਤ੍ਰਿਸ਼ਨਾ ਵਿੱਚ ਹੀ ਹੈ, ਤੇ ਕੀ ਬੱਚੇ ਦਾ ਮਨ ਸੰਤੋਖੀ ਹੋਵੇਗਾ? ਸੰਤੋਖ ਨਹੀਂ ਉੱਥੇ ਜਾ ਸਕਦਾ। ਉਹਨੂੰ ਸੰਤੋਖ ਦੀ ਖੁਰਾਕ ਉੱਥੇ ਜਾਣੀ ਚਾਹੀਦੀ, ਤੇ ਸੰਤੋਖ ਮਿਲੇਗਾ ਬਾਣੀ ਪੜ੍ਹ ਕੇ, ਨਾ ਕਿ ਬਾਹਰਲੇ ਜਿਹੜੇ ਸਾਧਨ ਅਸੀਂ ਵਰਤ ਰਹੇ ਹਾਂ। ਘਰ ਵਿੱਚ ਉਧਰੋਂ ਪ੍ਰਸ਼ਾਦਾ ਪੱਕਦਾ, ਉਧਰੋਂ ਨਾਲ ਟੀਵੀ ਸਕਰੀਨ ਚੱਲਦੀ ਏ, ਉੱਥੇ ਫਿਲਮਾਂ ਚੱਲ ਰਹੀਆਂ ਨੇ, ਉੱਥੇ ਗਾਣਾ ਵਜਾਣਾ ਚੱਲ ਰਿਹਾ ਹੈ। ਉਹ ਸਾਰਾ ਕੁਝ ਖਾਣੇ ਵਿੱਚ ਵੀ ਵੜ ਗਿਆ ਤੇ ਉਹ ਸਾਰਾ ਕੁਝ ਕੰਨਾਂ ਦੇ ਰਾਹੀਂ, ਅੱਖਾਂ ਦੇ ਰਾਹੀਂ ਉਸ ਬੱਚੇ ਤੱਕ ਵੀ ਪ੍ਰਵੇਸ਼ ਕਰ ਗਿਆ। ਉੱਥੇ ਹੁਣ ਬਾਬੇ ਬੁੱਢੇ ਨੇ ਪੈਦਾ ਨਹੀਂ ਹੋਣਾ, ਉੱਥੇ ਤੇ ਉਹਨਾਂ ਹੀ ਪੈਦਾ ਹੋਣਾ ਜਿਹੜੇ ਬਾਹਰੋਂ ਸਕਰੀਨ ਤੇ ਵੇਖੇ ਨੇ। ਉਹਨੇ ਕੱਪੜੇ ਵੀ ਉਸ ਤਰ੍ਹਾਂ ਦੇ ਪਾਣੇ, ਉਹਨੇ ਵਾਲ ਵੀ ਉਸੇ ਤਰ੍ਹਾਂ ਹੀ ਕੱਟਣੇ ਨੇ, ਕਿਉਂਕਿ ਸਾਰਾ ਕੁਝ ਅੰਦਰ ਵੜ ਗਿਆ ਉਹਦੇ। ਇਹ ਪ੍ਰਦੂਸ਼ਣ, ਇਹ ਬਿਮਾਰੀਆਂ
ਅਸੀਂ ਬਾਹਰੋਂ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਅੰਦਰ ਵਾੜ ਦਿੰਦੇ ਹਾਂ, ਤੇ ਜਦੋਂ ਅੰਦਰ ਚਲੀਆਂ ਜਾਂਦੀਆਂ ਨੇ, ਉਹ ਵੱਡਾ ਹੁੰਦਾ ਤੇ ਫਿਰ ਕਹਿੰਦੇ ਜੀ ਇਹਦੇ ਸਿਰ ਤੇ ਹੱਥ ਰੱਖੋ ਕਿਰਪਾ ਹੋ ਜਾਏ। ਹੁਣ ਕਿਰਪਾ ਕੀ, ਉਸ ਥਾਂ ਤੇ ਕਿਵੇਂ ਕਿਰਪਾ ਹੋਵੇਗੀ? ਜੜ ਹੀ ਖਰਾਬ ਹੋ ਗਈ। ਇਸ ਕਰਕੇ ਕਹਿੰਦੇ ਗੁਰੂ ਸਾਹਿਬ ਨੇ, ਅਸੀਂ ਇਹ ਸਮਝੀਏ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬੜੇ ਵੱਡੇ ਵਿਗਿਆਨਕ ਗੁਰੂ ਨੇ। ਵਿਗਿਆਨਕ ਐਵੇਂ ਨਹੀਂ ਥੋਪਣ ਵਾਲੇ ਵੀ ਇਹ ਕਰ, ਜਿਵੇਂ ਦਾ ਬੰਦਾ ਉਵੇਂ ਦੀ ਦਵਾਈ ਦਿੰਦੇ। ਕਹਿੰਦੇ ਵੀ ਸੂਤਕ ਦਾ ਅਰਥ ਹੁੰਦਾ ਮੈਲ, ਸੂਤਕ ਦਾ ਅਰਥ ਹੁੰਦਾ ਹੈ ਬਿਮਾਰੀ। ਕਹਿੰਦੇ ਮਨ ਨੂੰ ਉਦੋਂ ਰੋਗ ਲੱਗਦੇ ਨੇ ਜਦੋਂ ਮਨ ਦੇ ਵਿੱਚ ਲੋਭ ਦੀ ਬਿਮਾਰੀ ਵੱਧ ਜਾਏ। ਮਨ ਕਾ ਸੂਤਕ ਲੋਭ ਹੈ ਤੇ ਜੇਬਾ ਸੂਤਕ ਕੂੜ। ਅੱਖੀਂ ਸੂਤਕ ਵੇਖਣਾ ਪਰ ਤਰਿਐ, ਪਰ ਤਨ ਰੂਪ। ਅੱਖਾਂ ਨਾਲ ਪਰਾਇਆ ਰੂਪ ਵੇਖਣਾ ਇਹ ਰੋਗ ਹੈ। ਤੇ ਇਹਦੇ ਵਿੱਚ ਦੋਵੇਂ ਹਿੱਸੇ ਕੰਮ ਕਰਦੇ ਨੇ, ਵੇਖਣ ਵਾਲਾ ਵੀ ਦੋਸ਼ੀ ਤੇ ਵਿਖਾਉਣ ਵਾਲਾ ਵੀ ਦੋਸ਼ੀ ਹੈ। ਖਿਆਲ ਰੱਖਣਾ, ਇਹ ਨਾ ਕਹਿਣਾ ਵੀ ਇਕੱਲਾ ਵੇਖਣ ਵਾਲਾ। ਹੁਣ ਅਸੀਂ ਮਾਹੌਲ ਹੀ ਇਸ ਤਰ੍ਹਾਂ ਦਾ ਪੈਦਾ ਕਰ ਦਿੱਤਾ ਹੈ ਵੀ ਗੁਰਦੁਆਰੇ ਵੀ ਉਸ ਲਿਬਾਸ ਤੋਂ ਨਹੀਂ ਬਚੇ ਤੇ ਆਦਮੀ ਵੇਖਣ ਤੋਂ ਕਿੰਨਾ ਕੁ ਬਚੇਗਾ? ਕੀ ਕਰ ਸਕਦਾ? ਘੱਟੋ ਘੱਟ ਗੁਰਦੁਆਰੇ ਦੀ ਡਰੈਸ ਤਾਂ ਵੱਖਰੀ ਹੋਣੀ ਚਾਹੀਦੀ। ਉਹ ਤੇ ਪਤਾ ਹੋਵੇ ਵੀ ਜਿਹਨੂੰ ਵੇਖ ਕੇ ਮਾਤਾ ਸਾਹਿਬ ਕੌਰ ਦੀ ਯਾਦ ਆਉਣੀ। ਜੇ ਉੱਥੇ ਹੀ ਅਸੀਂ ਵਸਤਰ ਹੀ ਇਸ ਤਰ੍ਹਾਂ ਦੇ ਪਾ ਕੇ ਆਏ ਤੇ ਹੋਰ ਕਿਹੜੀ ਥਾਂ ਬਚੇਗੀ? ਕਿਹੜੀ ਥਾਂ ਤੇ ਬਚੂ? ਇਸ ਲਈ ਇਕੱਲਾ ਵੇਖਣ ਵਾਲਾ ਦੋਸ਼ੀ ਨਹੀਂ, ਵਿਖਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਵਿਖਾਉਣ ਦੇ ਵੀ ਸਾਧਨ ਨੇ। ਅੱਖੀਂ ਸੂਤਕ ਵੇਖਣਾ ਪਰ ਤਰਿਆ, ਪਰ ਤਨ ਰੂਪ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ। ਇਸ ਤਰ੍ਹਾਂ ਵੀ ਅੰਦਰ ਰੋਗ ਜਾਂਦਾ ਹੈ ਜਦੋਂ ਇਹਨਾਂ ਕੰਨਾਂ ਦੇ ਨਾਲ ਦਿਨ ਰਾਤ ਅਸੀਂ ਯਤਨ ਕਰਨੇ ਆ ਵੀ ਮੇਰੀ ਵਡਿਆਈ ਮੇਰੇ ਕੰਨਾਂ ਵਿੱਚ ਪਵੇ, ਬਹੁਤ ਖੁਸ਼ੀ ਆਉਂਦੀ। ਤੇ ਜੇ ਆਦਮੀ ਬਿਲਕੁਲ ਉਦਾਸ, ਮੂੰਹ ਵਿੱਚ ਮੱਖੀਆਂ ਪੈਂਦੀਆਂ ਹੋਣ, ਡਿੱਗਿਆ ਹੋਵੇ, ਸਰੀਰ ਦਰਦ ਹੁੰਦਾ ਹੋਵੇ, ਨਿਰਜਿੰਦ ਹੋ ਕੇ ਬੈਠਾ ਹੋਵੇ, ਤੇ ਉਹਦੇ ਕੰਨ ਵਿੱਚ ਥੋੜਾ ਜਿਹਾ ਜਾ ਕੇ ਕਹੋ, ਜਿਹੜਾ ਉਹਦਾ ਵਿਰੋਧੀ ਹੈ ਨਾ, ਉਹਨੂੰ ਕਹੋ ਵੀ ਤੂੰ ਫਲਾਣੇ ਸਿੰਘ ਬਾਰੇ ਕੁਝ ਸੁਣਿਆ? ਬਸ ਉਸੇ ਵੇਲੇ ਉਹਦੀਆਂ ਅੱਖਾਂ ਚਮਕ ਗਈਆਂ। ਜਿਹੜੀ ਰੀੜ ਦੀ ਹੱਡੀ ਪਾਠ ਕਰਨ ਲੱਗਿਆ ਵੀ ਸਿੱਧੀ ਨਹੀਂ ਸੀ ਹੋਈ, ਸਮਾਧੀ ਵਾਂਗੂ ਸਿੱਧਾ ਹੋ ਕੇ ਬਹਿ ਗਿਆ। ਮੋਢੇ ਖੜੇ ਕਰ ਲਏ, ਕਹਿੰਦੇ ਸੁਣਾਓ ਜੀ ਕੀ ਗੱਲ ਹੋਈ, ਦੱਸੋ ਉਹਦੇ ਬਾਰੇ ਜਿਹੜਾ ਵਿਰੋਧੀ ਸੀ। ਇਹ ਕਹਿੰਦੇ ਬਿਮਾਰੀ ਏ, ਤੇ ਬਿਮਾਰੀ ਮਿੱਠੀ ਲੱਗਦੀ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ। ਲਾਏ ਤਬਾਰੀ ਦਾ ਮਤਲਬ ਹੁੰਦਾ ਵੀ ਕਿਸੇ ਦੀ ਨਿੰਦਿਆ, ਝੂਠ ਸੁਣਨਾ। ਸੱਚ ਦਾ ਇੱਥੇ ਨਿੰਦਿਆ ਦੇ ਅਰਥ ਸੱਚਾਈ ਨਹੀਂ, ਖਿਆਲ ਰੱਖਣਾ। ਸੱਚਾਈ ਹੋਰ ਚੀਜ਼ ਹੈ। ਅੱਜ ਅਸੀਂ ਸੱਚਾਈ ਨੂੰ ਵੀ ਨਿੰਦਿਆ ਕਹਿਣ ਲੱਗ ਪਏ। ਸੱਚਾਈ ਕਦੀ ਨਿੰਦਿਆ ਨਹੀਂ ਹੁੰਦੀ, ਜੋ ਸੱਚ ਹੈ ਉਹ ਨਿੰਦਿਆ ਨਹੀਂ ਹੈ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ, ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਏ। ਇਸ ਤਰ੍ਹਾਂ ਬੰਦੇ ਦਾ ਮਨ ਵੱਜ ਗਿਆ। ਪਰ ਜਿਨ੍ਹਾਂ ਦੇ ਮਨ ਦੇ ਵਿੱਚ ਜਨਮ ਤੋਂ ਪਹਿਲਾਂ ਹੀ ਗੁਰੂ ਕਾ ਸ਼ਬਦ ਜਾਣ ਲੱਗ ਪਿਆ, ਗੁਰੂ ਕੀ ਬਾਣੀ ਜਾਣ ਲੱਗ ਪਈ, ਉਹ ਅੰਦਰ ਅਸਰ ਕਰ ਗਿਆ। ਉਹਨਾਂ ਦੇ ਮਨ ਦੇ ਵਿੱਚ ਇੱਕ ਅਵਸਥਾ ਬਣ ਜਾਂਦੀ, ਉਹਨੂੰ ਕਹਿੰਦੇ ਅਲਿਪਤ ਰਹਿਣਾ। ਉਹਨਾਂ ਦੇ ਮਨ ਤੇ ਫਿਰ ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ, ਜਿਵੇਂ ਦੀਵੇ ਵਿੱਚ ਰੂੰ ਦੀ ਵੱਟੀ ਸਿੱਧੀ ਪਾ ਕੇ ਅੱਗ ਲਾ ਦਿਓ, 1 ਮਿੰਟ ਤੋਂ ਪਹਿਲਾਂ ਸਾਰੀ ਵੱਟੀ ਉਹ ਰੂੰ ਸੜ ਜਾਏਗਾ। ਪਰ ਜੇ ਤੁਸੀਂ ਉਸ ਵੱਟੀ ਵਿੱਚ, ਉਸ ਦੀਵੇ ਵਿੱਚ ਤੇਲ ਪਾ ਕੇ ਅੱਗ ਲਾਉਂਦੇ ਹੋ ਤੇ ਉਹ ਵੱਟੀ ਨਹੀਂ ਸੜੇਗੀ, ਅੱਗ ਵੀ ਬਲਦੀ ਰਹੇਗੀ। ਜੇ ਅੰਦਰ ਗੁਰੂ ਕੇ ਸ਼ਬਦ ਦਾ ਤੇਲ ਹੋਇਆ, ਗੁਰਬਾਣੀ ਦਾ, ਤੇ ਜੀਵਨ ਮਾਇਆ ਨਾਲ ਸੜੇਗਾ ਨਹੀਂ, ਮਾਇਆ ਦੀ ਵਰਤੋਂ ਵੀ ਕਰ ਲਏਗਾ। ਪਰ ਜੇ ਇਹ ਰੁੱਖਾ ਸੁੱਖਾ ਹੋਇਆ ਨਾਮ ਤੋਂ ਬਿਨਾਂ, ਤੇ ਜ਼ਿੰਦਗੀ ਸੜ ਬਲ ਜਾਏਗੀ। ਸਤਿਗੁਰੂ ਇਹਦਾ ਜ਼ਿਕਰ ਸ੍ਰੀ ਰਾਗ ਦੇ ਪਹਿਲੇ ਸ਼ਬਦ ਵਿੱਚ ਕਰਦੇ ਨੇ। ਥੋੜੀ ਜੀ ਹਾਜ਼ਰੀ ਲਵਾਈਏ, ਮਨ ਜੋੜੀਏ ਗੁਰੂ ਚਰਨਾਂ ਦੇ ਨਾਲ। ਹਰ ਬਿਨ ਜੀਓ ਜਲ ਬਲ ਜਾਓ, ਹਰ ਬਿਨ ਜੀਓ ਜਲ ਬਲ ਜਾਓ, ਹਰ ਬਿਨ ਜੀਓ ਹਰ ਬਿਨ ਜੀਓ ਜਲ ਬਲ ਜਾਓ, ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ, ਮੈਂ ਆਪਣਾ ਗੁਰ ਪੂਛ
ਦੇਖਿਆ। ਅਵਰ ਨਾਹੀ ਥਾਉ, ਅਵਰ ਨਾਹੀ ਥਾਉ। ਹਰ ਬਿਨ ਜੀਉ ਜਲ ਬਲ ਜਾਉ, ਹਰ ਬਿਨ ਜੀਉ ਜਲ ਬਲ ਜਾਉ, ਹਰ ਬਿਨ ਸਾਡੀ ਜਿਹੜੀ ਜਿੰਦ ਹੈ, ਗੁਰੂ ਸਾਹਿਬ ਕਹਿੰਦੇ ਵੀ ਜੇ ਤੇ ਇਹਦੇ ਨਾਲ ਰੱਬ ਦੀ ਯਾਦ ਹੋਵੇਗੀ ਤੇ ਮਾਇਆ ਦੀ ਅੱਗ ਦੇ ਵਿੱਚ ਵੀ ਰਹਿ ਕੇ ਸੜੇਗਾ ਨਹੀਂ, ਉਹ ਉਹਨੂੰ ਸਿਕਿਉਰਿਟੀ ਦੇਗੀ, ਬਚਾ ਕੇ ਰੱਖੇਗੀ। ਨਾਮ ਦਾ ਇਹ ਕੰਮ ਹੈ, ਸਿਮਰਨ ਦਾ ਇਹ ਕੰਮ ਹੈ, ਗੁਰੂ ਕੀ ਬਖਸ਼ਿਸ਼ ਦਾ ਇਹ ਕਾਰਜ ਹੈ ਵੀ ਉਹ ਵਿਰੋਧੀ ਤੱਤ ਦੀ ਸਿਕਿਉਰਿਟੀ ਕਰਦਾ। ਜਿਵੇਂ ਠੰਡ ਵਿੱਚ ਅਸੀਂ ਸਿਕਿਉਰਿਟੀ ਲੈਂਦੇ ਹਾਂ ਹੀਟ ਦੇ ਰਾਹੀਂ, ਬਾਹਰ ਠੰਡ ਹੈ ਪਰ ਸਾਡਾ ਵਾਤਾਵਰਨ ਗਰਮ, ਭਾਵੇਂ ਕਿੰਨੀ ਠੰਡ ਹੋਵੇ ਬਾਹਰ, ਮਾਇਆ ਦਾ ਪ੍ਰਕੋਪ ਭਾਵੇਂ ਕਿੰਨਾ ਹੋਵੇ, ਪਰ ਜਿਹਦੇ ਅੰਦਰ ਗੁਰੂ ਕੇ ਸ਼ਬਦ ਦਾ ਨਿੱਘ ਹੈ ਉਧਰ ਉਹਨੂੰ ਸਿਕਿਉਰਿਟੀ ਦੇਗਾ, ਬਾਹਰੋਂ ਰੋਕ ਕੇ ਰੱਖੇਗਾ। ਜੇ ਬਾਹਰ ਬਹੁਤ ਗਰਮੀ 50 ਤੇ ਚਲਾ ਗਿਆ ਟੈਂਪਰੇਚਰ, ਗਰਮੀ ਇੰਨੀ ਪੈ ਰਹੀ, ਲਾਟਾਂ ਬਲਦੀਆਂ ਨੇ, ਚੀਜ਼ਾਂ ਸੜ ਰਹੀਆਂ ਨੇ, ਪਰ ਅਸੀਂ ਆਪਣੇ ਕਮਰੇ ਦਾ ਜਿਹੜਾ ਤਾਪਮਾਨ ਹੈ ਉਹ ਏਸੀ ਦੁਆਰਾ ਕੰਟਰੋਲ ਕਰ ਲਿਆ, ਉਹ ਬਾਹਰਲੀ ਗਰਮੀ ਉੱਥੇ ਨਹੀਂ ਆ ਰਹੀ। ਇਹ ਹੈ ਨਾਮ ਦੀ ਸਾਧਨਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ। ਤਤੀ ਵਾਹ ਦਾ ਮਤਲਬ ਇਹ ਸੰਸਾਰ ਅੰਦਰ ਨਹੀਂ ਆਉਂਦਾ, ਬਾਰ-ਬਾਰ ਘੁੰਮਦਾ ਰਹਿੰਦਾ ਚੌਹਾਂ ਪਾਸੇ। ਜਿਹਦੇ ਅੰਦਰ ਉਹ ਠੰਡ ਬਣ ਗਈ, ਪਰ ਜਿਹਦੇ ਆਪਣੇ ਮਕਾਨ ਬਣਾਇਆ, ਜਿਹਨੇ ਆਪਣੀਆਂ ਕੰਧਾਂ ਤਕੜੀਆਂ ਕਰ ਲਈਆਂ, ਕੰਧ ਤੇ ਹੈ ਹੀ ਨਹੀਂ ਕੋਈ। ਜੇ ਬਾਹਰ ਗਰਮੀ ਆਉਂਦੀ ਤੇ ਉਹ ਅੰਦਰ ਵੜ ਜਾਂਦੀ, ਜੇ ਠੰਡ ਆਉਂਦੀ ਤੇ ਉਹ ਵੜਦੀ। ਆਪਾਂ ਮਕਾਨ ਹੀ ਨਹੀਂ ਬਣਾ ਸਕੇ ਅੱਜ ਤੱਕ। ਮਕਾਨ ਬਣਾਉਣਾ ਸੀ ਗੁਰੂ ਕੀ ਮੱਤ ਦਾ, ਗੁਰਬਾਣੀ ਦੇ ਅਨੁਸਾਰ ਜੀਵਨ ਜੀ ਕੇ। ਜਿਨ੍ਹਾਂ ਦੇ ਕੋਲੋਂ ਘਰ ਬਣ ਗਿਆ ਉਹਨਾਂ ਦੇ ਅੰਦਰ ਬਾਹਰਲਾ ਕੁਝ ਨਹੀਂ ਆਉਂਦਾ, ਅੰਦਰੋਂ ਸੁਰੱਖਿਅਤ ਰਹਿੰਦੇ ਨੇ, ਬਾਹਰ ਦੁਨੀਆ ਵਿੱਚ ਜੋ ਮਰਜ਼ੀ ਚੱਲਦਾ ਹੈ। ਉਹ ਜਿਹੜੀ ਦਾਤ ਹੈ ਗੁਰੂ ਦੀ, ਉਹਨਾਂ ਨੂੰ ਚੌਵਾਂ ਪਾਸਿਓਂ ਸੁਰੱਖਿਆ ਦਿੰਦੀ ਏ, ਬਚਾ ਕੇ ਰੱਖਦੀ ਏ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੀ। ਆ ਭਾਈ ਬਿਧੀ ਚੰਦ ਜੀ 6ਵੇਂ ਪਾਤਸ਼ਾਹ ਦੇ ਗੁਰਸਿੱਖ ਕਿਸੇ ਵਕਤ ਇੱਕ ਬਲਦੇ ਹੋਏ ਭੱਠ ਵਿੱਚ ਵੜੇ ਸੀ। ਇਤਿਹਾਸ ਵਿੱਚ ਸਾਖੀ ਪੱਟੀ ਵਿੱਚ ਅੱਜ ਉਹ ਗੁਰਦੁਆਰਾ ਸਾਹਿਬ ਵੀ, ਭੱਠ ਸਾਹਿਬ ਅਜੇ ਵੀ ਬਣਿਆ ਹੋਇਆ। ਉਹ ਕਿਸੇ ਸਿੱਖ ਦਾ ਭੱਠ ਸੀ ਜਿਹਦੇ ਵਿੱਚ ਉਹ ਭੱਠੀ ਵਿੱਚ ਦਾਣੇ ਭੁੰਨਦਾ ਸੀ, ਤੇ ਭਾਈ ਸਾਹਿਬ ਨੂੰ ਲੁਕਣਾ ਪੈ ਗਿਆ, ਸਰਕਾਰ ਪਿੱਛੇ ਲੱਗੀ ਸੀ। ਉਹਨੇ ਕਿਹਾ ਵੀ ਸਾਹਮਣੇ ਇੱਕੋ ਹੀ ਹੈ ਚੀਜ਼, ਭੱਠੀ ਹੈ। ਉੱਥੇ ਚਲੇ ਗਿਆ, ਜੇ ਸੇਕ ਸੀ ਉਹਦੇ ਵਿੱਚ, ਅੱਗ ਭਾਵੇਂ ਬਲਦੀ ਨਹੀਂ ਸੀ, ਕੰਧਾਂ ਬੜੀਆਂ ਗਰਮ ਸਨ, ਸੇਕ ਪੈਂਦਾ ਸੀ। ਉੱਥੇ ਸਤਿਨਾਮ ਵਾਹਿਗੁਰੂ ਕਰਕੇ ਪ੍ਰਵੇਸ਼ ਕਰ ਗਏ, ਪਰ ਉਹ ਸੇਕ ਉਹਨਾਂ ਨੂੰ ਲੱਗਾ ਨਹੀਂ। ਤੇ ਦੂਜੇ ਪਾਸੇ 6ਵੇਂ ਪਾਤਸ਼ਾਹ ਨੇ ਇੱਕ ਕੌਤਕ ਵਰਤਾਇਆ। ਭਾਈ ਕੀ ਡਰੌਲੀ ਵਿੱਚ ਸਿੱਖਾਂ ਨੂੰ ਕਹਿੰਦੇ ਵੀ ਸਾਡੇ ਤੇ ਪਾਣੀ ਵਗਾਓ, ਬਾਲਟੀਆਂ ਭਰ ਭਰ। ਗੁਰਸਿੱਖ ਪਾਣੀ ਭਰ ਭਰ ਕੇ ਵਗਾਈ ਜਾਂਦੇ ਨੇ, ਵਗਾਈ ਜਾਂਦੇ ਨੇ, ਪਤਾ ਨਹੀਂ ਲੱਗਦਾ ਕੀ ਹੈ। ਇੱਕ ਸਿੱਖ ਨੇ ਪੁੱਛਣ ਦਾ ਯਤਨ ਕੀਤਾ, ਜੀ ਕਿਉਂ? ਕਹਿੰਦੇ ਮੇਰੇ ਸਰੀਰ ਨੂੰ ਸੇਕ ਪੈਂਦਾ, ਤੂੰ ਪਾਣੀ ਪਾ, ਫਿਰ ਪੁੱਛੀ ਕੀ ਹੁੰਦਾ। ਪਾਣੀ ਪਾਉਂਦੇ ਰਹੇ। ਭਾਈ ਬਿਧੀ ਚੰਦ ਜਦੋਂ ਮਿਲਣ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਉੱਠ ਕੇ ਬਾਂਹ ਫੜ ਕੇ ਗਲਵਕੜੀ ਵਿੱਚ ਲਿਆ। ਕਹਿੰਦੇ ਬਿਧੀ ਚੰਦਾ, ਹੁਣ ਤੇਰੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ, ਤੈਨੂੰ ਸੇਕ ਲੱਗਦਾ ਤੇ ਮੈਨੂੰ ਲੱਗਦਾ, ਆਪਣਾ ਬਚਾਅ ਰੱਖਿਆ ਕਰ, ਅਸੀਂ ਦੋਵੇਂ ਇੱਕੋ ਥਾਂ ਤੇ ਇਕੱਠੇ। ਇਹ ਤਾਂ ਵਰਤਾਇਆ ਸੀ, ਇਹ ਨਹੀਂ ਗੁਰੂ ਨੂੰ ਲੋੜ ਵੀ ਜ਼ਰੂਰ ਬਾਹਰੋਂ ਬਾਲਟੀਆਂ ਪੈਣਗੀਆਂ ਤੇ ਤਾਂ ਅੱਗ ਬੁਝਾਏਗਾ। ਉਹ ਬਿਨਾਂ ਬਾਲਟੀਆਂ ਤੋਂ ਵੀ ਬੁਝਾ ਸਕਦਾ ਹੈ, ਪਰ ਉਹਨਾਂ ਨੂੰ ਪਤਾ ਸੀ ਸਾਡੇ ਵਰਗੇ ਤਰਕਵਾਦੀ ਆਉਣੇ ਨੇ ਬਾਅਦ ਵਿੱਚ ਵੀ, ਇਸ ਤਰ੍ਹਾਂ ਵੀ ਹੋ ਸਕਦਾ। ਪ੍ਰਗਟ ਤਾਂ ਕੀਤਾ ਹੈ। ਗੁਰੂ ਚਾਹੇ ਤੇ ਬਿਨਾਂ ਪਾਣੀ ਤੋਂ ਵੀ ਅੱਗ ਬੁਝਾਏ, ਉਹਦੇ ਵਿੱਚ ਇੰਨੀ ਸਮਰੱਥਾ ਹੈ। ਪਰ ਉਹਨਾਂ ਨੂੰ ਤਰਸ ਆ ਜਾਂਦਾ ਸਾਡੇ ਵਰਗੇ ਬੁੱਧੀਜੀਵੀਆਂ ਤੇ। ਬੁੱਧੀਜੀਵੀ ਦਾ ਅਰਥ, ਜੇ ਤੇ ਬੁੱਧੀ ਜਿਉਂ ਪਈ ਗੁਰੂ ਕੇ ਸ਼ਬਦ ਨਾਲ, ਫਿਰ ਤੇ ਹੋ ਗਿਆ ਬੁੱਧੀਜੀਵੀ, ਉਹਨੂੰ ਨਮਸਕਾਰ। ਤੇ ਇੱਕ ਬੁੱਧੀਜੀਵੀ ਦੂਜਾ ਹੈ। ਜੀਵ ਦਾ ਅਰਥ ਹੈ ਕੀੜੇ, ਜਿਨ੍ਹਾਂ ਦੀ ਬੁੱਧੀ ਵਿੱਚ ਤਰਕ ਦੇ ਕੀੜੇ ਚੱਲ ਪਏ, ਉਹ ਵੀ ਬੁੱਧੀਜੀਵੀ ਨੇ।
ਕੀੜੇ ਪੈ ਗਏ ਬੁੱਧੀ ਵਿੱਚ, ਗੁਰੂ ਤੇ ਸ਼ੱਕ ਜਾਗ ਪਿਆ, ਇਹ ਵੀ ਨਹੀਂ ਹੋਇਆ ਜੀ, ਇਹ ਵੀ ਨਹੀਂ ਹੋਇਆ। ਦੋ ਤਰ੍ਹਾਂ ਦੇ ਬੁੱਧੀਜੀਵੀ ਨੇ, ਇੱਕ ਉਹ ਜਿਨ੍ਹਾਂ ਦੀ ਬੁੱਧੀ ਜਿਉਂ ਪਈ ਗੁਰੂ ਕੇ ਸ਼ਬਦ ਦੇ ਨਾਲ, ਤੇ ਦੂਜੀ ਤਰ੍ਹਾਂ ਦੇ ਬੁੱਧੀਜੀਵੀ ਜੀਵਦਾਰਥ ਜੀ ਚੱਲ ਪਏ, ਬੁੱਧੀ ਦੇ ਵਿੱਚ ਕੀੜੇ ਪੈ ਗਏ ਹੰਕਾਰ ਦੇ, ਉਹ ਦੂਜੀ ਤਰ੍ਹਾਂ ਦੇ। ਇਹ ਗੁਰੂ ਸਾਹਿਬ ਨੇ ਤਾਂ ਵਰਤਾਇਆ ਸੀ ਵੀ ਕਿਤੇ ਕੀੜੇ ਨਾ ਪੈ ਜਾਣ ਕਿਸੇ ਦੀ ਬੁੱਧੀ ਵਿੱਚ, ਸ਼ੱਕ ਕਰ ਬੈਣ ਵੀ ਗੁਰੂ ਕੋਲ ਕੁਝ ਹੈ ਕਿ ਨਹੀਂ ਹੈ, ਤਾਂ ਨਹੀਂ ਤੇ ਗੁਰੂ ਚੁੱਪ ਕਰਕੇ ਬੜਿਆਂ ਦੀ ਅੱਗ ਬੁਝਾਈ ਜਾਂਦਾ ਹੈ, ਅੱਜ ਵੀ ਕਿਸੇ ਨੂੰ ਪਤਾ ਹੀ ਨਹੀਂ, ਬੜਿਆਂ ਦੀ ਅੱਗ ਬੁਝਾਉਂਦਾ, ਬੜਿਆਂ ਦੇ ਦੁੱਖ ਨੂੰ ਦੂਰ ਕਰਕੇ ਸੁੱਖ ਦੀ ਦਾਤ ਦੇਈ ਜਾਂਦਾ। ਇਸ ਕਰਕੇ ਗੁਰੂ ਕੇ ਸ਼ਬਦ ਦੀ ਵਿਸ਼ੇਸ਼ਤਾ ਮੈਂ ਜਿਹੜੀ ਕਹਿ ਰਿਹਾ ਸੀ ਵੀ ਜਦੋਂ ਅੰਦਰ ਟਿਕ ਗਿਆ ਨਾ, ਉਹਦੇ ਵਿੱਚ ਇੱਕ ਸਮਰੱਥਾ ਆ ਜਾਂਦੀ ਹੈ ਗੁਰਸਿੱਖ ਵਿੱਚ, ਉਹ ਸੰਸਾਰੀ ਵੀ ਰਹਿ ਸਕਦਾ ਹੈ। ਸਾਰੀ ਇਹ ਜਿਹੜੀ ਡੈਫੀਨੇਸ਼ਨ ਤਿੰਨਾਂ ਪੌੜੀਆਂ ਵਿੱਚ ਭਾਈ ਗੁਰਦਾਸ ਜੀ ਨੇ ਸਾਰੇ ਸੂਤਰ ਦਿੱਤੇ ਹੋਏ ਨੇ, ਤਾਂ ਹੀ ਉਹਨਾਂ ਨੂੰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹਨ ਭਾਈ ਗੁਰਦਾਸ ਸਾਹਿਬ ਜੀ, ਕੁੰਜੀ ਤਾਂ ਉਹਨਾਂ ਨੂੰ ਕਿਹਾ। ਇੱਥੇ ਇੱਕ ਗੁਰਸਿੱਖ ਦੇ ਅੰਦਰਲੇ ਸੁਭਾਅ ਦੀ ਬੰਤਰ ਬਿਆਨ ਕਰ ਰਹੇ ਨੇ, ਕਹਿੰਦੇ ਧਰਤੀ ਅੰਦਰ ਜਲ ਵਸੈ, ਜਲ ਬਹੁ ਰੰਗੀ ਰਸੀ ਮਿਲੰਦਾ। ਜੁਗਤ ਦੱਸ ਰਹੇ ਨੇ ਵੀ ਸਿੱਖ ਨੇ ਸੰਸਾਰ ਵਿੱਚ ਕਿਵੇਂ ਰਹਿਣਾ। ਕਹਿੰਦੇ ਪਾਣੀ ਇੱਕ ਹੈ, ਜ਼ਮੀਨ ਦੇ ਵਿੱਚ ਰਹਿੰਦਾ। ਪਹਿਲੀ ਗੱਲ ਉਹ ਨੀਵੇਂ ਪਾਸੇ ਤੁਰਦਾ ਹੈ। ਨੀਵੇਂ ਦਾ ਮਤਲਬ ਪਹਿਲਾ ਗੁਣ ਉਹਦਾ ਨਿਮਰਤਾ ਹੈ। ਤੁਸੀਂ ਕਿਸੇ ਥਾਂ ਤੇ ਪਾਣੀ ਨੂੰ ਚੜਾ ਦਿਓ, ਛੱਤ ਤੇ ਚੜਾ ਦਿਓ, ਪਰ ਉਹ ਥੱਲੇ ਨੂੰ ਸਫ਼ਰ ਕਰੇਗਾ ਨੀਵੇਂ ਪਾਸੇ। ਸਭ ਤੋਂ ਪਹਿਲਾ ਗੁਣ ਸਿੱਖ ਨੂੰ ਦਿੱਤਾ ਨਿਮਰਤਾ, ਨਿਮਰਤਾ ਵਿੱਚ ਰਹਿਣਾ। ਧਰਤੀ ਅੰਦਰ ਜਲ ਵਸੈ, ਪਰ ਉਹਦੇ ਵਿੱਚ ਇੱਕ ਹੋਰ ਗੁਣ ਦੱਸਿਆ ਭਾਈ ਗੁਰਦਾਸ ਜੀ ਨੇ, ਕਹਿੰਦੇ ਜਲ ਬਹੁ ਰੰਗੀ। ਉਹਦੇ ਵਿੱਚ ਇੱਕ ਐਸਾ ਗੁਣ ਹੈ, ਜੇ ਉਹਦੇ ਵਿੱਚ ਲਾਲ ਰੰਗ ਪਾਓ ਤੇ ਲਾਲ ਹੋ ਗਿਆ, ਜੇ ਹਰਾ ਪਾਓ ਤੇ ਹਰਾ ਹੋ ਗਿਆ, ਪੀਲਾ ਪਾਓ ਤੇ ਪੀਲਾ ਹੋ ਗਿਆ। ਇਹਦਾ ਮਤਲਬ ਇਹ ਹੈ ਵੀ ਗੁਰਸਿੱਖ ਭਾਵੇਂ ਕਿੰਨੀ ਉੱਚੀ ਅਵਸਥਾ ਵਿੱਚ ਹੁੰਦਾ ਹੈ, ਜਿਵੇਂ ਦੇ ਬੰਦੇ ਨਾਲ ਮਿਲਦਾ ਉਹਦੇ ਨਾਲ ਉਸ ਤਰ੍ਹਾਂ ਦੀ ਗੱਲ ਕਰਦਾ, ਉਹਨੂੰ ਜੋੜਨ ਦਾ ਯਤਨ ਕਰਦਾ, ਉਹਨੂੰ ਪਰਾਂ ਨਹੀਂ ਕਰਦਾ। ਆ ਜਿਹੜੀ ਸਾਡੇ ਵਿੱਚ ਪ੍ਰਵਿਰਤੀ ਚੱਲੀ ਹੈ ਨਾ ਵੀ ਇਸ ਬੰਦੇ ਨਾਲ ਤੇ ਬੋਲਣੇ ਨਹੀਂ ਜੀ, ਇਹਦੇ ਹੱਥੋਂ ਨਹੀਂ ਖਾਣਾ ਜੀ, ਇਹ ਤਾਂ ਇਹ ਹੈ, ਇਹ ਸਿੱਖੀ ਦਾ ਮਾਰਗ ਨਹੀਂ ਜੇ। ਹਾਂ, ਸਤਿਗੁਰੂ ਨੇ ਜ਼ਰੂਰ ਕਿਹਾ ਵੀ ਤੂੰ ਸਾਵਧਾਨ ਰਹੀਂ, ਪਰ ਗੁਰੂ ਸਾਹਿਬ ਨੇ ਇਹ ਨਹੀਂ ਸੀ ਦੱਸਿਆ ਵੀ ਆਪਾਂ ਚੰਗੇ ਹੋ ਗਏ ਤੇ ਦੂਜਿਆਂ ਨੂੰ ਬਾਹਰ ਕੱਢ ਦਿਓ ਜੀ, ਲੰਗਰ ਵੀ ਵੱਖਰਾ ਪਕਾਓ ਜੀ, ਆਹ ਵੀ ਵੱਖਰਾ ਕਰੋ ਜੀ। ਇਹ ਕਿੱਥੋਂ ਮਰਿਆਦਾ ਆਈ ਹੈ? ਇਹ ਮਰਿਆਦਾ ਅਸੀਂ ਆਪ ਬਣਾਈ ਹੈ ਥੋੜ੍ਹੇ ਜਿਹੇ ਸਾਲਾਂ ਦੀ। ਗੁਰੂ ਨਾਨਕ ਦੇਵ ਜੀ ਨੂੰ ਪੁੱਛ ਕੇ ਵੇਖੋ, ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛ ਕੇ ਵੇਖੋ। ਇੱਥੇ ਉਦਾਹਰਨ ਦੇ ਰਹੇ ਨੇ ਵੀ ਪਾਣੀ ਕਈ ਸਰੂਪ ਬਦਲ ਜਾਂਦਾ ਪਰਉਪਕਾਰ ਕਰਨ ਵਾਸਤੇ, ਦੂਜਿਆਂ ਦਾ ਭਲਾ ਕਰਨ ਵਾਸਤੇ। ਉਵੇਂ ਦਾ ਰੰਗ ਧਾਰਨ ਦਾ ਮਤਲਬ ਜਿਵੇਂ ਦਾ ਬੰਦਾ ਆਇਆ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਹੈ, ਤੇ ਉਹਦੀ ਭਾਸ਼ਾ ਪਹਿਲਾਂ ਸਾਨੂੰ ਸਮਝਣੀ ਪਏਗੀ ਤੇ ਉਹਦੀ ਭਾਸ਼ਾ ਬੋਲਣੀ ਪਏਗੀ। ਉਹਨੂੰ ਕੁਹਾੜਾ ਨਹੀਂ ਮਾਰਨਾ, ਧੱਕਾ ਨਹੀਂ ਮਾਰਨਾ, ਉਸਨੂੰ ਉਹਦੀ ਗੱਲ ਸੁਣਨੀ। ਸਚਾਈ ਜੇ ਭਾਵੇਂ ਲੋਕ ਸਿੱਖੀ ਤੋਂ ਦੂਰ ਹੋਏ ਨੇ, ਨੌਜਵਾਨ ਪਤਿਤ ਹੋਏ ਨੇ, ਪਰ ਉਹ ਸਾਡੇ ਤੋਂ ਡਰੇ ਵੀ ਬੜੇ ਹੋਏ ਜੇ ਵੀ ਇਹਨਾਂ ਪਤਾ ਨਹੀਂ ਕੀ ਕਹਿ ਦੇਣਾ ਸਾਹਮਣੇ ਆ ਗਏ। ਉਹ ਡਰੇ ਵੀ ਬਹੁਤ ਨੇ ਸਾਡੇ ਤੋਂ, ਕਿਉਂਕਿ ਅਸੀਂ ਥੋੜਾ ਜਿਹਾ ਹੁੰਦਾ ਹੈ ਤੇ ਬਸ ਲਾਲ ਅੱਖ ਕਰ ਲੈਂਦੇ ਹਾਂ, ਦੂਸਰੇ ਨੂੰ ਸਮਝਦੇ ਕੁਝ ਨਹੀਂ। ਬਸ਼ਰਤੇ ਕਿ ਉਹ ਵੀ ਗਲਤ ਜਾ ਰਹੇ ਨੇ, ਇਹ ਗੱਲ ਠੀਕ ਹੈ, ਪਰ ਗੁਰੂ ਸਾਹਿਬ ਨੇ ਕਿਹਾ ਵੀ ਗਲਤ ਜਾ ਰਹੇ ਨੇ, ਉਹ ਇੱਕ ਮਾਹੌਲ ਹੈ। ਤੂੰ ਆਪਣੇ ਆਪ ਨੂੰ ਉਹਨਾਂ ਦੇ ਨੇੜੇ ਕਰਕੇ ਉਹਨਾਂ ਨੂੰ ਸਮਝਾਉਣਾ ਹੈ, ਨਾ ਕਿ ਉਹਨਾਂ ਨੂੰ ਦੂਰ ਕਰਨਾ। ਇੱਥੇ ਪਾਣੀ ਦਾ ਗੁਣ ਕਹਿ ਰਹੇ ਨੇ ਬਹੁ ਰੰਗੀ ਰਸੀ ਮਿਲੰਦਾ, ਕਈ ਰੂਪਾਂ ਦੇ ਵਿੱਚ ਪ੍ਰਵਿਰਤ ਹੋ ਕੇ ਉਹ ਦੂਜਿਆਂ ਦਾ ਭਲਾ ਕਰਦਾ ਹੈ, ਨਾ ਕਿ ਆਪਣੇ ਆਪ ਨੂੰ ਵੱਖਰਾ ਕਰ ਲੈਂਦਾ। ਫਿਰ ਕਹਿੰਦੇ ਜਿਉਂ ਜਿਉਂ ਕੋਈ ਚਲਾਏਂਦਾ, ਨੀਵਾਂ ਹੋਏ ਨਿਵਾਣ ਚਲੰਦਾ। ਇੰਨੇ ਗੁਣ ਉਹਦੇ ਵਿੱਚ ਪੈਦਾ ਹੋ ਜਾਂਦੇ, ਪਰ ਉਹ ਆਪਣੀ ਨਿਮਰਤਾ ਨਹੀਂ ਛੱਡਦਾ। ਇੰਨੀ ਉਹਦੇ ਵਿੱਚ ਵਿਸ਼ੇਸ਼ਤਾ ਆ ਜਾਂਦੀ ਹੈ, ਨੀਵੇਂ ਹੋ ਕੇ ਚੱਲਣਾ, ਨਿਮਰਤਾ ਵਿੱਚ ਰਹਿਣਾ। ਹੁਣ ਇੱਥੇ ਉਹ ਠੰਡਾ ਰਹਿੰਦਾ ਉਹਦਾ ਸੁਭਾਅ, ਪਰ ਹੁਣ ਇੱਕ ਹੋਰ ਗੁਣ ਭਾਈ ਗੁਰਦਾਸ ਜੀ ਉਹਦਾ ਕਹਿ ਰਹੇ ਨੇ, ਕਹਿੰਦੇ ਧੁੱਪੇ ਤੱਤਾ ਹੋਏ ਕੈ, ਛਾਵੇਂ ਠੰਡਾ ਹੋਏ ਰਹੰਦਾ। ਜੇ ਉਹਦੇ ਥੱਲੇ ਕਿਸੇ ਨੇ ਅੱਗ ਬਾਲ ਦਿੱਤੀ ਨਾ, ਜਾਂ ਧੁੱਪ ਵਿੱਚ ਰੱਖ ਦਿੱਤਾ ਤੇ ਗਰਮ ਹੋ ਗਿਆ, ਇਹਦਾ ਮਤਲਬ ਉਹ ਵਕਤੀ ਤੌਰ ਤੇ ਕਦੀ ਕਦੀ ਗਰਮ ਵੀ ਹੁੰਦਾ ਹੈ, ਕਦੀ ਕਦੀ ਲੱਗਦਾ ਵੀ ਕ੍ਰੋਧ ਵਿੱਚ ਆ ਗਿਆ,
ਪਰ ਉਹ ਵਕਤੀ ਤੌਰ ਤੇ ਜਿਵੇਂ ਦੇ ਥਾਂ ਤੇ ਉਹਨੂੰ ਰੱਖੋ ਉਵੇਂ ਦਾ ਰੂਪ ਧਾਰਨ ਕਰ ਜਾਏਗਾ। ਭਾਵ ਇਹ ਹੈ ਜਿਵੇਂ ਦੀ ਅਵਸਥਾ ਵਿੱਚ ਉਵੇਂ ਦਾ ਰੂਪ ਧਾਰਨ ਕਰਦਾ ਹੈ। ਠੰਡੇ ਥਾਂ ਤੇ ਫ੍ਰਿਜ ਵਿੱਚ ਰੱਖ ਦਿਓ ਤੇ ਬਰਫ਼ ਬਣ ਜਾਂਦਾ ਹੈ, ਧੁੱਪ ਵਿੱਚ ਰੱਖ ਦਿਓ ਤੇ ਗਰਮ ਹੋ ਜਾਂਦਾ ਹੈ। ਭਾਵ ਪਰ ਉਪਕਾਰ ਹਿਤ, ਜੇ ਕਿਸੇ ਨੂੰ ਗਰਮ ਜਲ ਦੀ ਲੋੜ ਹੈ ਤੇ ਗਰਮ ਆਪਣੇ ਆਪ ਨੂੰ ਗਰਮ ਕਰਕੇ ਉਹਦੇ ਸਰੀਰ ਨੂੰ ਨਿੱਘ ਦਿੰਦਾ ਹੈ, ਤੇ ਜੇ ਕਿਸੇ ਨੂੰ ਠੰਡੀ ਦੀ ਚੀਜ਼ ਦੀ ਲੋੜ ਹੈ ਤੇ ਉਹ ਠੰਡਾ ਹੋਣ ਨੂੰ ਵੀ ਤਿਆਰ ਹੈ। ਪਰ ਉਪਕਾਰ ਲਈ ਹਰ ਇੱਕ ਥਾਂ ਤੇ ਜਾਣ ਲਈ, ਹਰ ਇੱਕ ਚੀਜ਼ ਨੂੰ ਵਰਤਣ ਲਈ ਤਿਆਰ ਰਹਿੰਦਾ ਹੈ। ਗੁਰਮੁਖ ਦਾ ਸੁਭਾਅ ਹੈ। ਫਿਰ ਕਹਿੰਦੇ ਨਾਵਣ ਜੀਵਨਦਿਆਂ ਮੋਇਆਂ, ਪੀਤਾ ਸ਼ਾਂਤ ਸੰਤੋਖ ਹਵੰਦਾ। ਜੇ ਕੋਈ ਜਿਉਂਦਾ ਨਹਾਵੇ ਤਾਂ ਵੀ ਉਹਨੂੰ ਤੰਦਰੁਸਤੀ ਦਿੰਦਾ ਹੈ। ਮੌਤ ਤੋਂ ਬਾਅਦ ਵੀ ਲੋਕ ਉਹਦੇ ਨਾਲ ਨਹਾਉਂਦੇ ਨੇ, ਉਹਦੀ ਵਰਤੋਂ ਕਰਦਾ, ਇੰਨਾ ਪਰਉਪਕਾਰੀ ਹੈ। ਕਹਿੰਦੇ ਪੀਤਾ ਪੀਣ ਦੇ ਨਾਲ ਸ਼ਾਂਤ ਸੰਤੋਖ ਹਵੰਦਾ, ਜਿਹੜੇ ਲੋਕ ਉਹਨੂੰ ਪੀਂਦੇ ਨੇ ਉਹਨਾਂ ਨੂੰ ਤ੍ਰਿਪਤੀ ਦਿੰਦਾ, ਸੰਤੋਖ ਦਿੰਦਾ ਹੈ। ਭਾਵ ਗੁਰਮੁਖ ਜਿਨ੍ਹਾਂ ਦੇ ਨਾਲ ਵੀ ਵਰਤਦਾ ਹੈ ਉਹਨਾਂ ਨੂੰ ਠੰਡ ਦਿੰਦਾ, ਉਹਨਾਂ ਨੂੰ ਧੀਰਜ ਦਿੰਦਾ ਹੈ। ਕਹਿੰਦੇ ਨਿਰਮਲ ਕਰਦਾ ਮੈਲਿਆਂ, ਨੀਵੇਂ ਸਰਵਰ ਜਾਏ ਟਿਕੰਦਾ। ਮੈਲਿਆਂ ਦੀ ਮੈਲ ਧੋਂਦਾ ਰਹਿੰਦਾ ਹੈ। ਜਿਹੜੇ ਲੋਕ ਪਾਪ ਅਪਰਾਧ ਵਿੱਚ ਭਰੇ ਹੋਏ ਨੇ ਉਹਨਾਂ ਦੇ ਅਪਰਾਧ ਨੂੰ ਧੋਂਦਾ ਹੈ। ਉਹਦਾ ਸੁਭਾਅ ਇਸ ਤਰ੍ਹਾਂ ਦਾ। ਤੇ ਜਦੋਂ ਉਹਨਾਂ ਨੂੰ ਧੋਂਦਾ ਹੈ ਨਾ, ਉਹ ਨਹਾਉਂਦੇ ਨੇ, ਕੱਪੜੇ ਧੋਵੋ, ਪਾਣੀ ਦੇ ਨਾਲ ਨਹਾਓ, ਤੇ ਨਹਾਉਣ ਤੋਂ ਬਾਅਦ ਕੀ ਕਰਦਾ ਹੈ, ਫਿਰ ਉਹ ਨੀਵੇਂ ਥਾਂ ਤੇ ਇਕੱਠਾ ਹੋ ਜਾਂਦਾ ਜਾ ਕੇ, ਸਾਰਾ ਮੈਲ ਉਹਦੀ ਖਤਮ ਹੋ ਜਾਂਦੀ। ਇਸ ਤਰ੍ਹਾਂ ਗੁਰਮੁਖ ਦਾ ਸੁਭਾਅ ਹੈ ਵੀ ਦੂਜਿਆਂ ਦਾ ਭਲਾ ਕਰਕੇ ਵੀ ਆਪਣੇ ਆਪ ਨੂੰ ਉੱਚਾ ਨਹੀਂ ਕਰਦਾ। ਕਹਿੰਦੇ ਗੁਰਮੁਖ ਸੁਖ ਫਲ ਭਾਉ ਭਉ, ਸਹਿਜ ਬੈਰਾਗ ਸਦਾ ਬਿਖਸੰਦਾ। ਇਸ ਤਰ੍ਹਾਂ ਜਿਸ ਗੁਰਮੁਖ ਦੇ ਅੰਦਰ ਨਾਮ ਦੀ ਦਾਤ ਟਿਕ ਗਈ, ਕਹਿੰਦੇ ਉਹਦੇ ਵਿੱਚ ਇੱਕ ਗੁਣ ਪੈਦਾ ਹੋ ਗਿਆ, ਭਾਉ। ਭਾਉ ਦਾ ਅਰਥ ਹੈ ਪਿਆਰ, ਭਉ ਗੁਰੂ ਦਾ ਡਰ, ਗੁਰੂ ਨੂੰ ਕੋਲ ਜਾਣਨਾ, ਸਹਿਜ ਮਨ ਦਾ ਟਿਕਾ, ਇਕਾਗਰਤਾ, ਵਿਰਾਗ ਸਦਾ ਵਿਰਾਗ ਵਿੱਚ ਰਹਿਣਾ, ਸੰਸਾਰ ਤੋਂ ਉੱਚੇ ਰਹਿਣਾ ਤੇ ਵਿਗਸੇ ਰਹਿਣਾ, ਖੁਸ਼ ਰਹਿਣਾ। ਪੂਰਨ ਪਰਉਪਕਾਰ ਕਰੰਦਾ, ਕਹਿੰਦੇ ਪੂਰਨ ਪਰਉਪਕਾਰ ਦੇ ਵਿੱਚ ਵਿਚਰਦਾ। ਇਸ ਤੋਂ ਅੱਗੇ ਬਚਨ ਕਹਿੰਦੇ ਉਹਦੇ ਵਿੱਚ ਕਿਹੜੇ ਕਿਹੜੇ ਗੁਣ ਨੇ। ਜਲ ਵਿੱਚ ਕਵਲ ਅਲਿਪਤ ਹੈ, ਸੰਗ ਦੋਖ ਨਿਰਦੋਖ ਰਹੰਦਾ। ਫਿਰ ਕਮਲ ਦੀ ਉਦਾਹਰਨ ਦਿੱਤੀ ਸੱਚੇ ਪਾਤਸ਼ਾਹ ਜੀ ਨੇ। ਔਰ ਇਸ ਢੰਗ ਨਾਲ ਕਹਿ ਰਹੇ ਨੇ ਵੀ ਕਮਲ ਦਾ ਵੇਖੋ ਗੁਣ। ਕਮਲ ਨੂੰ ਬੀਜਿਆ ਸੀ ਪਾਣੀ ਛੱਪੜ ਵਿੱਚ, ਜੜ ਉਹਦੀ ਚਿੱਕੜ ਵਿੱਚ ਲੱਗੀ ਹੋਈ ਹੈ। ਕਮਲ ਦੇ ਫੁੱਲ ਦੀ ਜੜ ਚਿੱਕੜ ਵਿੱਚ ਹੈ, ਪਰ ਉਸ ਚਿੱਕੜ ਦੇ ਵਿੱਚੋਂ ਦੁਰਗੰਧੀ ਖਿੱਚ ਕੇ ਜਦੋਂ ਫੁੱਲ ਦਾ ਰੂਪ ਧਾਰਨ ਕਰਦਾ ਤੇ ਦੁਰਗੰਧੀ ਨੂੰ ਸੁਗੰਧ ਵਿੱਚ ਬਦਲ ਦਿੰਦਾ। ਬਦਬੂ ਸੀ, ਜਦੋਂ ਫੁੱਲ ਬਣਿਆ ਸਮੈਲ ਆਉਣ ਲੱਗ। ਸਤਿਗੁਰੂ ਕਹਿ ਰਹੇ, ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰਮੁਖ ਜਿਹੜਾ ਹੈ ਉਹ ਦੁਰਗੰਧੀ ਨੂੰ, ਭਾਵ ਪਾਪ ਨੂੰ ਨਾਮ ਵਿੱਚ ਬਦਲ ਦਿੰਦਾ ਹੈ। ਜ਼ਿੰਦਗੀ ਦੀਆਂ ਬੁਰਾਈਆਂ ਨੂੰ ਚੰਗਿਆਈ ਵਿੱਚ ਬਦਲ ਦਿੰਦਾ। ਉਹਦੇ ਵਿੱਚ ਕਮਲ ਫੁੱਲ ਵਾਲੀ ਬਿਰਤੀ ਹੈ। ਰਾਤੀ ਭਵਰ ਲੁਭਾਏ ਦਾ ਸੀਤਲ ਹੋਏ ਸੁਗੰਧ ਮਿਲੰਦਾ। ਤੇ ਜਦੋਂ ਭਵਰਾ ਹੁੰਦਾ ਉਹਨੂੰ ਸੁਗੰਧੀ ਦਿੰਦਾ ਹੈ। ਭਵਰਾ ਉੱਥੋਂ ਸੁਗੰਧੀ ਪ੍ਰਾਪਤ ਕਰ ਲੈਂਦਾ, ਸੀਤਲਤਾ ਪ੍ਰਾਪਤ ਕਰਦਾ। ਕਹਿੰਦੇ ਭਲਕੇ ਸੂਰਜ ਧਿਆਨ ਧਰ, ਪਰਫੁੱਲਤ ਹੋਏ ਮਿਲੈ ਹਸੰਦਾ। ਸਵੇਰੇ ਜਿਉਂ ਹੀ ਸੂਰਜ ਚੜ੍ਹਿਆ ਉਹਨੇ ਆਪਣੀਆਂ ਪੰਖੜੀਆਂ ਖੋਲ੍ਹ ਲਈਆਂ ਸੂਰਜ ਵੱਲ। ਕਮਲ ਦੇ ਫੁੱਲ ਨੇ ਆਪਣਾ ਮੂੰਹ ਉੱਧਰ ਕਰ ਲਿਆ, ਸੂਰਜ ਵੱਲ ਆਪਣਾ ਮੂੰਹ ਰੱਖਿਆ। ਭਾਵ ਇੱਕ ਪਾਸੇ ਉਹਨੇ ਭਵਰੇ ਨੂੰ ਸੁਗੰਧੀ ਦਿੱਤੀ, ਇੱਕ ਪਾਸੇ ਉਹਨੇ ਪਾਪ ਨੂੰ ਪੁੰਨ ਵਿੱਚ ਬਦਲਿਆ। ਪਰ ਜਦੋਂ ਆਪਣੇ ਗੁਰੂ ਵੱਲ ਆਇਆ ਤੇ ਗੁਰੂ ਵੱਲ ਸਿੱਧਾ ਮੂੰਹ ਕਰ ਲਿਆ। ਭਾਵ ਗੁਰੂ ਦੇ ਹੁਕਮ ਤੇ ਤੁਰਨ ਵਾਸਤੇ ਦਿਨ ਰਾਤ ਤਿਆਰ ਰਿਹਾ। ਇਹ ਉਹਦੇ ਗੁਣ ਨੇ। ਕਹਿੰਦੇ ਗੁਰਮੁਖ ਸੁਖ ਫਲ ਸਹਿਜ ਘਰ, ਵਰਤਮਾਨ ਅੰਦਰ ਵਰਤੰਦਾ। ਗੁਰਮੁਖ ਵਰਤਮਾਨ ਵਿੱਚ ਵਰਤਦਾ ਹੈ। ਵਰਤਮਾਨ ਦਾ ਮਤਲਬ ਜਿਹੜਾ ਸਮਾਂ ਹੁਣੇ ਚੱਲ ਰਿਹਾ। ਅਸੀਂ ਕਈ ਵਾਰੀ ਕਹਿੰਦੇ ਹਾਂ ਮਨ ਨਹੀਂ ਟਿਕਦਾ। ਮਨ ਕਿਉਂ ਨਹੀਂ ਟਿਕਦਾ? ਮਨ ਅੱਗੇ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ। ਹੁਣ ਵੀ ਵੇਖੋ ਆਪਾਂ ਇੱਥੇ ਬੈਠੇ ਹਾਂ, ਮਨ ਤਾਂ ਟਿਕੇਗਾ ਜੇ ਇੱਥੇ ਬੈਠੇ ਹਾਂ। ਜੇ ਵਿੱਚੋਂ ਨਿਕਲ ਗਿਆ ਬਾਹਰ, ਧਿਆਨ ਅੱਗੇ, ਮਨ ਖਿਲਰ ਗਿਆ ਸਾਰਾ। ਕਹਿੰਦੇ ਗੁਰਮੁਖ ਵਰਤਮਾਨ ਵਿੱਚ ਇਸੇ ਵਕਤ ਵਿੱਚ ਹੀ ਜਿਉਂਦਾ। ਫਿਰ ਅੱਗੇ ਬਹੁਤ ਪਿਆਰੀ ਇੱਕ ਪੰਕਤੀ ਕਹੀਏ,
ਕਹਿੰਦੇ ਲੋਕਾਚਾਰੀ ਲੋਕ ਵਿੱਚ ਵੇਦ ਵਿਚਾਰੀ ਕਰਮ ਕਰਨ ਦਾ। ਲੋਕਾਂ ਵਿੱਚ ਜਦੋਂ ਵਿਚਰਦਾ ਹੈ ਨਾ ਤੇ ਲੋਕਾਂ ਵਾਂਗ ਬੋਲਦਾ ਚੱਲਦਾ, ਉਸ ਤਰ੍ਹਾਂ ਗੱਲਾਂ ਕਰਦਾ। ਉਹਨਾਂ ਨੂੰ ਇਉਂ ਲੱਗਦਾ ਵੀ ਸਾਡੇ ਵਾਂਗ ਸੰਸਾਰੀ ਹੈ, ਪਰ ਉਹਦੇ ਅੰਦਰ ਧਰਮ ਦੀ ਵਿਚਾਰ ਚੱਲਦੀ ਰਹੀ। ਵੇਦ ਦਾ ਅਰਥ ਧਰਮ ਦੇ ਸ਼ਬਦ, ਗੁਰੂ ਕੀ ਬਾਣੀ, ਉਹਦੀ ਵਿਚਾਰ ਕਰਦਾ। ਪਰ ਇਹ ਸਾਰਾ ਕੁਝ ਕਰਦਾ ਹੋਇਆ ਭਾਈ ਗੁਰਦਾਸ ਜੀ ਨੇ ਇੱਕ ਲਫ਼ਜ਼ ਅੱਗੇ ਵਰਤਿਆ, ਉਹ ਬੜਾ ਜ਼ਰੂਰੀ ਹੈ। ਦੁਨੀਆ ਦੇ ਵਿੱਚ ਰਹਿਣਾ ਤੇ ਵੱਖਰੇ ਰਹਿਣਾ, ਇਹ ਗੱਲ ਕਰਨੀ ਤੇ ਸੌਖੀ ਹੈ, ਪਰ ਭਾਈ ਸਾਹਿਬ ਨੇ ਅੱਗੇ ਸ਼ਬਦ ਵਰਤਿਆ, ਸਾਵਧਾਨ ਗੁਰ ਗਿਆਨ ਵਿੱਚ। ਦੁਨੀਆ ਵਿੱਚ ਵਿਚਰ, ਪਰ ਇੱਕ ਗੱਲ ਖਿਆਲ ਰੱਖੀ, ਕਿਤੇ ਦੂਜਿਆਂ ਦਾ ਭਲਾ ਕਰਦਾ ਕਰਦਾ ਆਪਣਾ ਸੈਂਟਰ ਤੂੰ ਤਿਆਗ ਹੀ ਦੇ, ਇਹ ਤੂੰ ਧਿਆਨ ਰੱਖਣਾ। ਗੁਰੂ ਕੀ ਮੱਤ ਨੂੰ, ਆਪਣੇ ਕੇਂਦਰ ਨੂੰ ਨਹੀਂ ਛੱਡਣਾ, ਉਸ ਸੰਗਲ ਨੂੰ ਨਹੀਂ ਛੱਡਣਾ ਜਿਹਨੂੰ ਫੜ ਕੇ ਸਰੋਵਰ ਵਿੱਚ ਗਏ ਸੀ, ਭਾਵੇਂ ਕਿੱਥੋਂ ਤੱਕ ਚਲਾ ਜਾ। ਗੁਰੂ ਕੇ ਸ਼ਬਦ ਨੂੰ ਜੇ ਤੂੰ ਤਿਆਗ ਦਿੱਤਾ, ਜੇ ਇਕੱਲਾ ਪਰਉਪਕਾਰ ਹੀ ਕਰਨ ਲੱਗ ਪਿਆ ਤੇ ਆਪਣਾ ਉਪਕਾਰ ਭੁੱਲ ਹੀ ਗਿਆ, ਅੰਦਰੋਂ ਟੁੱਟ ਗਿਆ, ਪਰਉਪਕਾਰ ਪ੍ਰਵਾਨ ਨਹੀਂ ਹੋਵੇਗਾ। ਅੰਦਰੋਂ ਟਿਕਿਆ ਤੇ ਪਰਉਪਕਾਰ ਪ੍ਰਵਾਨ ਹੈ। ਸਾਵਧਾਨ ਗੁਰ ਗਿਆਨ ਵਿੱਚ ਜੀਵਨ ਮੁਕਤ ਜੁਗਤ ਵਿਚਰੰਦਾ। ਕਹਿੰਦੇ ਨੇ ਉਹਨੇ ਇੱਕ ਤਰੀਕਾ ਲੱਭਿਆ, ਉਹਨੂੰ ਕਹਿੰਦੇ ਜੀਵਨ ਮੁਕਤ ਹੋਣਾ। ਜ਼ਿੰਦਗੀ ਦੇ ਵਿੱਚ ਰਹਿ ਕੇ ਦੁੱਖਾਂ ਤੋਂ ਮੁਕਤ ਹੋਣਾ, ਦੁੱਖਾਂ ਤੋਂ ਬਰੀ ਹੋਣਾ। ਗੁਰੂ ਕੇ ਸ਼ਬਦ ਦੁਆਰਾ ਕਮਾਈ ਕਰਕੇ ਉਹ ਹਰ ਇੱਕ ਪ੍ਰਕਾਰ ਦੇ ਦੁੱਖ ਤੋਂ ਬਰੀ ਹੋ ਜਾਂਦਾ ਹੈ। ਸਾਧ ਸੰਗਤ ਗੁਰ ਸ਼ਬਦ ਵਸੰਦਾ, ਉਹਨੇ ਦੋ ਚੀਜ਼ਾਂ ਦੀ ਵਰਤੋਂ ਕੀਤੀ, ਇੱਕ ਸਾਧ ਸੰਗਤ ਦੀ, ਇੱਕ ਗੁਰੂ ਕੇ ਸ਼ਬਦ ਦੀ। ਸਾਧ ਸੰਗਤ ਵਿੱਚ ਗੁਰੂ ਕੇ ਸ਼ਬਦ ਦਾ ਜਾਪ ਕੀਤਾ ਹੈ, ਗੁਰੂ ਕੇ ਚਰਨਾਂ ਨਾਲ ਜੁੜਿਆ। ਇਹ ਗੁਰਮੁਖ ਦੀ ਨਿਰਲੇਪ ਅਵਸਥਾ ਹੈ, ਉਹਦੇ ਉੱਤੇ ਕਿਸੇ ਵੀ ਪਦਾਰਥ ਦਾ ਪ੍ਰਭਾਵ ਨਹੀਂ। ਸੋ ਆਓ ਉਸ ਗੁਰੂ ਕੇ ਸ਼ਬਦ ਨੂੰ ਆਪਾਂ ਜਪੀਏ, ਇਕਾਗਰ ਹੋ ਕੇ ਬੋਲੀਏ, ਸਾਰੇ ਚੌਂਕੜਾ ਲਾ ਕੇ, ਧਿਆਨ ਲਾ ਕੇ ਪਿਆਰ ਨਾਲ ਉਚਾਰਨ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਧ ਸੰਗਤ ਦੇ ਇੰਨਾ ਸਮਾਂ ਹੀ ਆਪ ਜੀ ਨੇ ਪ੍ਰਵਾਨ ਕਰ ਲੈਣਾ। ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਦੀ ਸਾਂਝ ਕਰੋ। ਹੋਰ ਸਮਾਂ ਲਾਉਣ ਵਾਸਤੇ ਫਿਰ ਹੁਕਮ ਕੀਤਾ ਗਿਆ, ਆਪ ਜੀ ਥੋੜ੍ਹਾ ਜਿਹਾ ਹੋਰ ਬੈਠੋ ਔਰ ਇਸੇ ਤਰ੍ਹਾਂ ਨਾਮ ਦੀ ਧੁਨ ਵਿੱਚ ਫਿਰ ਪਰਤ ਕੇ ਜੁੜੀਏ। ਵਾਹਿਗੁਰੂ 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 ਵਾਹਿਗੁਰੂ